ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਪਵਿੱਤਰ ਬਾਣੀ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਭੁਜੰਗ ਪ੍ਰਯਾਤ ਛੰਦ। ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਨਿਤਨੇਮ ਦੇ ਵਿੱਚ ਜੋ ਆਪਾਂ ਅੰਮ੍ਰਿਤਮਈ ਬਾਣੀ ਦਾ ਪਾਠ ਅਭਿਆਸ ਕਰਦੇ ਹਾਂ, ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਬਾਅਦ ਜਾਪ ਸਾਹਿਬ, ਜੋ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਜੋਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹੈ। ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾਉਂਦੇ ਹਨ। ਜਿੱਥੇ ਆਪ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਸੁਰਤ ਜੋੜ ਕੇ ਬਾਰ-ਬਾਰ ਨਮਸਕਾਰ ਕਰ ਰਹੇ ਨੇ, ਬਾਰ-ਬਾਰ ਨਮਸਕਾਰ ਕਰਦਿਆਂ ਆਖ ਰਹੇ ਨੇ ਕਿ ਅਕਾਲ ਪੁਰਖ ਇਸ ਤਰ੍ਹਾਂ ਹੈ। ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਇਹ ਗੁਣ ਨੇ। ਪਰਮੇਸ਼ਵਰ ਕਿਸ ਤਰ੍ਹਾਂ ਦਾ ਹੈ, ਉਹਦੇ ਗੁਣ ਕਿਸ ਤਰ੍ਹਾਂ ਦੇ ਨੇ, ਇਹ ਕਿਵੇਂ ਪਤਾ ਲੱਗੇਗਾ? ਇਸ ਕੁਦਰਤ ਨੂੰ ਵੇਖ ਕੇ, ਜੋ ਕੁਦਰਤ ਦੇ ਵਿੱਚ ਵਰਤ ਰਿਹਾ ਹੈ ਔਰ ਜੋ ਪਰਮੇਸ਼ਵਰ ਇਸ ਕੁਦਰਤ ਵਿੱਚ ਸਮਾ ਕੇ ਵਰਤਾ ਰਿਹਾ ਹੈ, ਵਰਤ ਰਿਹਾ ਔਰ ਵਰਤਾ ਰਿਹਾ, ਇਹ ਸਭ ਕੁਝ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਰ-ਬਾਰ ਨਮਸਕਾਰ ਕਰਦੇ ਨੇ। ਔਰ ਸਿਰਫ ਗੁਰੂ ਕਲਗੀਧਰ ਪਾਤਸ਼ਾਹ ਨਹੀਂ, ਸਤਿਗੁਰੂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਝ ਕੇ ਅਸੀਂ ਵੀ ਬਾਰ-ਬਾਰ ਨਮਸਕਾਰ ਕਰਨੀ ਹੈ। ਇਹ ਨਹੀਂ ਕਿ ਗੁਰੂ ਸਾਹਿਬ ਜੀ ਨੇ ਪਾਉਂਟਾ ਸਾਹਿਬ ਦੇ ਉਸ ਅਸਥਾਨ ਤੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਤੇ ਨਮਸਕਾਰ ਬਾਰ-ਬਾਰ ਕੀਤੀ। ਅਸਲ ਵਿੱਚ ਸਾਨੂੰ ਸਤਿਗੁਰੂ ਜੀ ਅਕਾਲ ਪੁਰਖ ਨਾਲ ਜੁੜਨ ਵਾਸਤੇ ਪ੍ਰੇਰਦੇ ਨੇ ਕਿ ਤੁਸੀਂ ਸੰਸਾਰ ਦੇ ਵਿੱਚ ਗੁੰਮਰਾਹ ਨਹੀਂ ਹੋਣਾ, ਭਟਕ ਨਹੀਂ ਜਾਣਾ। ਜੇ ਨਮਸਕਾਰ ਕਰਨੀ ਹੈ ਤਾਂ ਇੱਕ ਅਕਾਲ ਪੁਰਖ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਕਿਰਪਾ ਕੀਤੀ। ਜਦੋਂ ਜੋਗੀ ਆਪਣਾ ਅਲਖ ਨਿਰੰਜਨ ਦਾ ਆਲਾਪ ਲਾਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਸਮਝਾਉਂਦਿਆਂ ਅਖੀਰ ਤੇ ਇੱਕ ਗੱਲ ਕਹਿੰਦੇ ਆ, ਆਦੇਸ਼
तिसै आदेश। मेरी उस अकाल पुरख परमेश्वर नूं नमस्कार है। आद अनील अनाद अनाहत जुग जुग एको वेस। उस प्रति आदेश नमस्कार। इसे तरह गुरु गोबिंद सिंह महाराज जी सतगुरु जी ने कुदरत नूं वेखदियां होइयां और इस कुदरत विच जिन्ने भी परमेश्वर दे गुण जिहड़े वो वरत रहे ने उन्हां दे वख-वख नाम ने। जिवें जिवें उस मालिक दी किरपा वरत रही है तिवें तिवें परमेश्वर दे नाम रखे गए। और हर मुल्क दे विच हर कस्बे दे विच वख-वख इलाकिਆਂ ਦੇ ਵਿੱਚ ਜਦੋਂ ਆਪਾਂ ਵਿਚਰਾਂਗੇ ਤੇ पता ही नहीं किन्ने कु नाम परमेश्वर दे ਜਿਹੜੇ ਆ ਉਹ ਸਿਮਰੇ ਜਾ ਰਹੇ ਨੇ। कोई किसे रूप दे विच ਉਹਨੂੰ याद कर ਰਿਹਾ, कोई किसे रूप विच। जिवें किसे नूं ਉਹਦੇ गुण समझ विच आए उस आधार ते परमेश्वर दा नाम रखिया गया। और ये आपां आरंभ दे विच विचार के आए हैं कि जिन्ने भी ये नाम ने एक किरतम नाम ने। जो संसार दे विच हो रहा वरत रहा ये सारे ही परमेश्वर दे नाम उस आधार ते रखे गए। पर जे अपना परमेश्वर दा नाम वेखीए ते उहदा अपना कोई भी नाम नहीं है। वो नाम तो रहता है पर जिन्ने भी नाम ने ये सारे ही उस अकाल पुरख दे ने। जिवें किसे नूं समझ आई कि पालनहारा वो है उन्हों फिर असी प्रतिपालक कह दिता। तुम दाते ठाकुर प्रतिपालक नायक खसम हमारे। भी वो सारी दुनिया का मालिक है ते उन्हों समझ आई भी वो साडा खसम है। जे ਉਹਦੇ घर ਦੇ ਵਿੱਚੋਂ हमेशा हर एक जीव वास्ते दया वरत रही है कि असी आख दिता वो दयालु है जिहदे घर विच सदा दया वरतदी है। जे वो मेहरवान है तो असी आखिया मेहरवान साहिब मेहरवान। वो मेरा साहिब जिहड़ा है वो मेहर दे घर दे विच भाव उहदे घर विच सदा मेहर ही मेहर है। वो सारी दुनिया का मालिक है, प्रतिपालक है, दयालु है, कृपालु है, सब तो वड्डा वो ठाकुर है। वो गोपाल है, सारियां दी पालना करने वाला। गोबिंद है, सारियां दी संभाल करने वाला। वो सिरजनहार है, सारियां दी सिरजना करने वाला। वो हुक्मरान है, सब तो वड्डा, उहदे तो उपर किसे दा जोर नहीं चलदा। ये जिन्ने भी कुदरत दे विच असीं वरत रहे गुण वेखे उहदे वख-वख नाम जिहड़े आ असीं लैके उहनूं पुकारिया, उहदे अगे अरदास कीती। पर गुरु कलगीधर पातशाह जी कहंदे नमस्तं निर्नामे। निर्नामे का अर्थ हुंदा जिहदा कोई अपना खास नाम नहीं। ये सारे ही नाम किरतम नाम ने पर परमेश्वर का अपना कोई नाम नहीं। वो नाम तो रहत है। फिर सानू ये क्यों कहा गया जप मन सत नाम सदा। सत नाम सच्चा नाम क्योंकि वो सच है। सच्चा नाम इसलिए सानू सिमरन लई आख्या गया क्योंकि वो सदीवी सच है। वो सदा सलामत है। वो सदा जिहड़ा वो सलामत रहने वाला सत है। तीन कालां दे विच वो सत है, वो कदे नाश नहीं हुंदा। इसलिए उस सच्चे परमात्मा दे नाम नूं सिमरना है जिहदा नाम बेदाग है, जिन्हों कोई दाग दोष धब्बा नहीं लगता। असी उस अकाल पुरख नूं ध्याना है जिन्ने भी उहदे नाम ने उहदे नाम नाल जुड़ के ताकि साडे अंदर भी शुद्धता पवित्रता आवे।
जिस तरह साडे शरीर का नाम है, साडे इस जन्म का नाम है, इस मनुखा देही का जिहड़ा नाम है वो मनुख है। जिवें कोई पशु है, कोई जानवर, इस तरह साडा इस जन्म का नाम मनुख है। ते जिस घर दे विच असीं जन्म लिया, उस घर विच मां बाप ने साडा एक नाम रखिया। और जिस तरह का साडा सुभाव बनिया सी, फिर अगों मित्रां ने रल मिल के एक नवा नाम रख दिता। पर जिहड़ी साडे अंदर ये जिंद है, आत्मा है, उहदा कोई नाम नहीं है। जिहड़े नाम साडे ने वो बाहरी नाम नहीं, वो शरीर का नाम है। पर जिहड़ा नाम असीं जे आत्मक तल ते वेखांगे ते आत्मक तल ते कोई साडा नाम नहीं है, वो आत्मा का नाम ही कोई नहीं, क्योंकि वो रब्बी जोत विचों निकली हुई जोत है। ते उस रब्बी जोत का नाम नहीं, उहदे विचों निकली हुई जोत का भी कोई नाम नहीं। असीं शरीर दे नाम रख सकते हैं, कुदरत विच वरत रहे उहदे गुण वेख के उहदे नाम रख सकते हैं, पर इस जिंद का भी नाम नहीं रखिया जा सकता। और परमेश्वर का भी अपना कोई खास नाम नहीं। इसलिए गुरु कलगीधर पातशाह जी कहते हैं, हे अकाल पुरख वाहिगुरु जी, नमस्तं, मेरी तुहानू नमस्कार है। फिर बेनती करदा चलां, कल्ले गुरु कलगीधर पातशाह ने ही नमस्कार नहीं करनी, सानू नाल नाल मनुखी जामे विच आए हुए जीवां नू भी समझाउंदे ने कि जे तुसीं नमस्कार करनी है ते अकाल पुरख नू करनी है। जे तुसीं झुकना, सिर निवाउणा है ते अकाल पुरख नू निवाउणा है। क्योंकि साडे विच समय समय नाल कमजोरी आ गई। साडे अंदर जिन्नी तमा जड़ी सी वो वधदी गई, जिन्ने दुख साडे जीवन दे रोग वधदे गए, तिवें तिवें इंसान जिथे आया उथे ही झुक के, जिथे किसी ने कहा उथे ही नमस्कारां करन लग पिया। जदों तुसीं चार चफेरे नज़र घुमा के वेखोगे, कोई किसी नू नमस्कार कर रहा, कोई किसी नू कर रहा। कोई जिहड़ा वो सूरज नू नमस्कार कर रहा, कोई चंद्रमा नू नमस्कार कर रहा, कोई किसी दिशा वल मुख करके, कोई किसी दिशा, कोई पानी नू, कोई मिट्टी नू, कोई किसी नू। पर साहब कहते नहीं, गुरु के सिखा तू नमस्कार करनी आ तां अकाल पुरख नू। जदों गुरु तेग बहादुर साहिब सतगुरु जी ने शहादत का जाम पीना सी दिल्ली चांदनी चौक, ते सतगुरु जी ने जलाद नूं एक गल कही सी कि जदों मैं जपजी साहब का पाठ करके सीस नवावां ते तू ये ना समझ लई कि तेरे समय दे बादशाह अगे सिर झुक गया। तू ये ना समझ लई कि तेरे अगे सिर झुक गया, क्योंकि उस वेले सिर झुकना है अकाल पुरख अगे। अकाल पुरख परमेश्वर अगे मैं अपना सीस झुकाउणा है, ते तू अपने हुक्मरान दा हुक्म जिहड़ा है वो वजाउणा। तू उहदे हुक्म अनुसार मेरे धड़ नालों सीस अलग करना है, पर भुलेखा ये ना पा बैठी कि मेरा सीस तेरे अगे या तेरे हुक्मरान अगे नहीं। ये सीस झुकना है अकाल पुरख अगे, जिहदे अगे किसी का जोर ना चलिया ते ना किसी का जोर चलना है। इसलिए साहब कहते नमस्तं निर्नामे, वो निर्नामे नाम तो रहत है। नमस्तं निर्कामे, कामे का अर्थ हुंदा है काम, काम का अर्थ हुंदा है वासनावां। कहण लगे जो साडे अंदर तरह तरह दीयां वासनावां ने, पर उस परमेश्वर दे अगे अंदर कोई भी वासनावां नहीं, वो वासनावां तो रहत है। कोई भी अंदर दुनियावी मायावी फुरना जिहड़ा उहदे अंदर पैदा नहीं हुंदा। ताई ते असीं अकाल पुरख नाल जुड़ना, क्योंकि असीं मायावी घेरे च हां, असीं दुनियावी दे घेरे विच हां। साडे अंदर तमा बहुत है। 3 गुण ने ना, रज गुण, तम गुण, सत गुण।
ਅਸੀਂ ਕੰਮ ਗੁਣ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੁ ਵਾਸ਼ਨਾਵਾਂ ਅੰਦਰ ਜੜੀਆਂ ਬਣਾ ਕੇ ਬੈਠੇ ਹਾਂ, ਔਰ ਜਿੰਨੀ ਮਾਇਆਵੀ ਵਾਸ਼ਨਾਵਾਂ ਅੰਦਰ ਪੈਦਾ ਹੋਣਗੀਆਂ ਉਹਨੂੰ ਫਿਰ ਅਸੀਂ ਇੱਕ ਦਿਨ ਜਿਹੜਾ ਉਹ ਕਰਮ ਕਰਕੇ ਉਹਦਾ ਨਾਮ ਦਿਆਂਗੇ। ਫਿਰ ਉਹਦੀ ਇੱਕ ਕਾਮਨਾ ਜਾਂ ਕਹਿ ਲਓ ਕਿ ਸਾਡੇ ਅੰਦਰ ਪੈਦਾ ਹੋਏਗੀ। ਫਿਰ ਉਸ ਕਾਮਨਾ ਦੀ ਪੂਰਤੀ ਵਾਸਤੇ ਅਸੀਂ ਜੋ ਸਾਨੂੰ ਹੋਏਗਾ ਅਸੀਂ ਕਰਨ ਨੂੰ ਤਿਆਰ ਹੋਵਾਂਗੇ। ਪਹਿਲਾਂ ਵਾਸ਼ਨਾਵਾਂ ਅੰਦਰ ਬਣਦੀਆਂ ਨੇ, ਪਹਿਲਾਂ ਖਿਆਲ ਅੰਦਰ ਬਣਦੇ ਨੇ, ਫਿਰ ਅਸੀਂ ਉਹਦੀ ਪੂਰਤੀ ਵਾਸਤੇ ਫਿਰ ਅਸੀਂ ਕਰਮ ਕਰਨ ਵਾਸਤੇ ਤਿਆਰ ਹੁੰਦੇ ਹਾਂ। ਤੇ ਜਦੋਂ ਕਰਮ ਕਰਨ ਵਾਸਤੇ ਤਿਆਰ ਹੁੰਦੇ ਹਾਂ ਤੇ ਆਪਣੀ ਵਾਸ਼ਨਾਵਾਂ ਦੀ ਪੂਰਤੀ ਲਈ ਅਸੀਂ ਕੁਛ ਵੀ ਕਰਮ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਇਹ ਨਹੀਂ ਦੇਖਦੇ ਇਹ ਮਾੜਾ ਹੈ ਕਿ ਇਹ ਚੰਗਾ ਹੈ, ਇਹ ਮੇਰੇ ਵਾਸਤੇ ਨੁਕਸਾਨਦਾਇਕ ਹੈ ਕਿ ਲਾਭਦਾਇਕ ਹੈ। ਬਸ ਉਸ ਵਾਸ਼ਨਾ ਦੀ ਪੂਰਤੀ ਵਿੱਚ ਅਸੀਂ ਕਰਮ ਕਰਦੇ ਹਾਂ। ਪਰ ਜੋ ਅਕਾਲ ਪੁਰਖ ਪਰਮੇਸ਼ਵਰ ਹੈ ਉਹ ਨਿਰਕਾਮੇ, ਉਹਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਨਹੀਂ। ਸਾਡੇ ਦਿਮਾਗ ਵਿੱਚ ਕਾਮਨਾਵਾਂ ਭਰੀਆਂ ਪਈਆਂ ਨੇ, ਔਰ ਸਾਡਾ ਦਿਮਾਗ ਦਾ ਸਿਸਟਮ ਹਰ ਵੇਲੇ ਅੰਦਰ ਚੱਲਦਾ ਰਹਿੰਦਾ ਹੈ। ਕੋਈ ਨਾ ਕੋਈ ਘਾੜਤ ਘੜਦਾ ਰਹਿੰਦਾ ਹੈ, ਕੁਛ ਨਾ ਕੁਛ ਅੰਦਰ ਫੁਰਨਾ ਬਣਦਾ ਰਹਿੰਦਾ ਹੈ। ਫਿਰ ਉਹਦੀ ਪਲੈਨਿੰਗ ਚੱਲਦੀ ਰਹਿੰਦੀ ਹੈ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਆ ਨਹੀਂ, ਇਸ ਤਰ੍ਹਾਂ। ਪਰ ਪਰਮੇਸ਼ਵਰ ਜਿਹਦੇ ਅੱਗੇ ਨਮਸਕਾਰ ਹੈ ਉਹ ਕਾਮਨਾ ਤੋਂ ਰਹਿਤ ਹੈ। ਕਿਉਂ ਨਮਸਕਾਰ ਕਰਨੀ? ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਨੂੰ ਨਮਸਕਾਰ ਕਰਾਂਗੇ, ਉਹਦੇ ਨਾਮ ਦਾ ਅਭਿਆਸ ਕਰਦੇ ਹਾਂ, ਤੇ ਸਾਡੇ ਅੰਦਰ ਵੀ ਅਵਸਥਾ ਇਹ ਹੋ ਜਾਏ ਕਿ ਕੋਈ ਕਾਮਨਾ ਰਹਿ ਹੀ ਨਾ ਜਾਏ, ਕੋਈ ਵਾਸ਼ਨਾ ਜਿਹੜੀ ਹੈ ਉਹ ਸਾਡੇ ਅੰਦਰ ਰਹਿ ਹੀ ਨਾ ਜਾਏ। ਅਸੀਂ ਹਰ ਪ੍ਰਕਾਰ ਤੋਂ ਵਾਸ਼ਨਾ ਤੇ ਕਾਮਨਾ ਤੋਂ ਰਹਿਤ ਹੋਵਾਂਗੇ, ਤਾਂ ਫਿਰ ਸਾਡਾ ਜੀਵਨ ਇਸ ਮਾਇਆਵੀ ਖੇਡ ਤੋਂ ਨਿਰਲੇਪ ਹੋ ਸਕਦਾ ਹੈ। ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ ਜਿਹੜਾ ਕਾਮਨਾ ਤੋਂ ਰਹਿਤ ਹੈ। ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰ ਰਹੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ ਨਿਰਧਾਤੇ। ਨਿਰ ਦਾ ਅਰਥ ਹੈ ਨਹੀਂ, ਧਾਤੇ ਦਾ ਅਰਥ ਹੈ ਧਾਤ। ਜਿਵੇਂ ਅਸੀਂ ਪੰਜ ਤੱਤਾਂ ਦੇ ਬਣੇ ਹੋਏ ਹਾਂ, ਸਭ ਕਹਿੰਦੇ ਨੇ ਉਹ ਜਿਹੜਾ ਹੈ ਉਹ ਨਿਰਧਾਤ, ਉਹ ਕਿਸੇ ਧਾਤ ਵਿੱਚ ਨਹੀਂ ਆਉਂਦਾ। ਇਹੀ ਕਾਰਨ ਸੀ ਕਿ ਜਦੋਂ ਸਾਨੂੰ ਜਪਜੀ ਸਾਹਿਬ ਦੀ ਬਾਣੀ ਨਾਲ ਜੋੜਿਆ ਗਿਆ ਤੇ ਆਰੰਭ ਦੇ ਵਿੱਚ ਹੀ ਸਤਿਗੁਰੂ ਜੀ ਨੇ ਜੋ ਪਰਿਭਾਸ਼ਾ ਦਿੱਤੀ ਸੀ ਉਹ ਅਕਾਲ ਪੁਰਖ ਨਾਲ ਜੁੜਨ ਵਾਸਤੇ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਸਾਰੀਆਂ ਜੂਨਾਂ ਦੇ ਵਿੱਚ ਸਮਾਇਆ ਹੈ, ਪਰ ਸਾਰਿਆਂ ਦੇ ਵਿੱਚ ਸਮਾ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ। ਉਹ ਕਿਸੇ ਧਾਤ ਦੇ ਵਿੱਚ ਨਹੀਂ ਆਉਂਦਾ। ਜੇ ਉਹ ਕਿਸੇ ਧਾਤ ਵਿੱਚ ਆਉਂਦਾ ਹੋਵੇ ਫਿਰ ਤੇ ਉਹਦਾ ਵੀ ਜਨਮ ਮਰਨ ਹੈ, ਆਵਾਗਮਨ ਹੈ, ਔਰ ਅਖੀਰ ਅੰਤ ਵੀ ਲੱਭਿਆ ਜਾ ਸਕਦਾ ਹੈ। ਪਰ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਕਿਸੇ ਵੀ ਧਾਤ ਦੇ ਵਿੱਚ ਨਹੀਂ, ਉਹ ਹਰ ਪ੍ਰਕਾਰ ਦੀ ਧਾਤ ਤੋਂ ਰਹਿਤ ਹੈ। ਨਮਸਤੰ ਨਿਰਘਾਤੇ। ਸਭ ਜੀ ਕਹਿੰਦੇ ਘਾਤੇ, ਘਾਤੇ ਦਾ ਅਰਥ ਹੈ ਘਾਤ, ਕਿਸੇ ਦਾ ਭਾਵ ਕੀ ਮਾਰਨਾ। ਹੁਣ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਕਿਸੇ ਧਾਤ ਵਿੱਚ ਆਉਂਦਾ ਹੀ ਨਹੀਂ ਹੈ, ਤੁਸੀਂ ਉਹਨੂੰ ਕਿਵੇਂ ਮਾਰੋਗੇ? ਜਾਂ ਸਰੀਰ ਨੂੰ ਆਪਾਂ ਮਾਰ ਸਕਦੇ ਹਾਂ, ਪਰ ਸਰੀਰ ਦੇ ਅੰਦਰ ਜਿਹੜੀ ਜਿੰਦ ਆਤਮਾ ਹੈ ਉਹਨੂੰ ਕਿਵੇਂ ਮਾਰਾਂਗੇ? ਸਰੀਰ ਸਾਡਾ ਜਿਹੜਾ ਹੈ ਉਹ ਜੰਮਦਾ ਔਰ ਮਰਦਾ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਦੋ ਸ਼ਬਦ ਆਪਾਂ ਵਰਤਦੇ ਹਾਂ, ਇੱਕ ਜੰਮਣ ਮਰਨ ਤੇ ਇੱਕ ਆਵਾਗਮਨ। ਜੰਮਣ ਮਰਨ ਸਾਡੇ ਸਰੀਰ ਉੱਤੇ ਲਾਗੂ ਹੁੰਦਾ ਹੈ। ਸਰੀਰ ਨੇ ਜਨਮ ਲਿਆ ਤੇ ਸਰੀਰ ਦੀ ਮੌਤ ਹੋ ਗਈ। ਆਵਾਗਮਨ ਕਿਹਦਾ ਹੈ? ਆਵਾਗਮਨ ਸਾਡੇ ਅੰਦਰ ਦੀ ਉਸ ਰੱਬੀ ਜੋਤ ਜਿੰਦ ਦਾ ਹੈ, ਜਿਹਦਾ ਆਉਣਾ ਜਾਣਾ ਬਣਿਆ ਹੋਇਆ, ਕਦੀ ਇਸ ਸਰੀਰ, ਕਦੀ ਇਸ ਸਰੀਰ, ਕਦੀ ਇਸ ਸਰੀਰ ਵਿੱਚ, ਕਿਉਂਕਿ ਉਹਨੇ ਨਾ ਜੰਮਣਾ ਹੈ ਤੇ ਨਾ ਮਰਨਾ ਹੈ। ਉਹ ਜਨਮ ਮਰਨ ਤੋਂ ਰਹਿਤ ਹੈ। ਸਾਡੇ ਅੰਦਰ ਦੀ ਜਿੰਦ ਉਹ ਆਵਾਗਮਨ ਦੇ ਵਿੱਚ ਹੈ, ਕਿਉਂਕਿ ਉਹ ਰੱਬੀ ਜੋਤ ਵਿੱਚੋਂ ਨਿਕਲੀ ਹੋਈ ਜੋਤ ਹੈ।
ਆਤਮਾ ਪਰਮ ਆਤਮਾ ਦੀ ਅੰਸ਼ ਹੈ, ਇਸ ਲਈ ਉਹ ਨਾ ਜੰਮਣਾ ਤੇ ਨਾ ਮਰਨਾ। ਇਹ ਜੰਮਣਾ ਔਰ ਮਰਨਾ ਤੇ ਸਾਡੇ ਸਰੀਰ ਤੇ ਲਾਗੂ ਹੁੰਦਾ ਹੈ ਇਹ ਨਿਯਮ, ਇਹ ਆਤਮਾ ਤੇ ਨਹੀਂ ਹੁੰਦਾ। ਕਿਉਂਕਿ ਜੇ ਆਤਮਾ ਹੀ ਮਰ ਗਈ ਤੇ ਫਿਰ ਇਹਦੀ ਖੇਡ ਹੀ ਜਿਹੜੀ ਆ ਉਹ ਮੁੱਕ ਜਾਏਗੀ। ਨਾ ਇਹਨੇ ਜੰਮਣਾ ਨਾ ਮਰਨਾ, ਇਹਨੇ ਤੇ ਰੱਬੀ ਜੋਤ ਵਿੱਚ ਜਾ ਕੇ ਸਮਾਉਣਾ ਹੈ। ਹੁਣ ਸਾਨੂੰ ਉਹ ਗੁਣ ਗ੍ਰਹਿਣ ਕਰਨੇ ਨੇ ਜਿਹਦੇ ਰਾਹੀਂ ਇਹਨੇ ਜਾ ਕੇ ਰੱਬੀ ਜੋਤ ਵਿੱਚ ਸਮਾ ਜਾਣਾ। ਇਸ ਲਈ ਸਾਨੂੰ ਇਹ ਵਿਚਾਰ ਗੁਰਬਾਣੀ ਰਾਹੀਂ ਸਮਝਾਈ ਗਈ ਹੈ। ਹੁਣ ਪਰਮੇਸ਼ਵਰ ਵੀ ਕਹਿਣ ਲੱਗੇ ਜਿਹਦੀ ਅੰਸ਼ ਹੈ ਸਾਡੀ ਆਤਮਾ, ਜਿਵੇਂ ਇਹ ਨਹੀਂ ਮਰਦੀ ਜੰਮਦੀ ਤੇ ਫਿਰ ਪਰਮੇਸ਼ਵਰ ਨੂੰ ਕੌਣ ਮਾਰ ਸਕਦਾ ਹੈ? ਸਭ ਕਹਿੰਦੇ ਮੇਰੀ ਨਮਸਕਾਰ ਉਹਨੂੰ ਹੈ ਜਿਹਨੂੰ ਕੋਈ ਵੀ ਮਾਰ ਨਹੀਂ ਸਕਦਾ, ਜੋ ਨਾਸ਼ ਤੋਂ ਰਹਿਤ ਹੈ। ਇਹ ਵੀ ਆਪਾਂ ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ ਹਾਂ, ਅਨਾਹਤ, ਜਿਹਦੀ ਕੋਈ ਹੱਤਿਆ ਨਹੀਂ ਕਰ ਸਕਦਾ, ਜਿਹਨੂੰ ਕੋਈ ਵੀ ਜਿਹੜਾ ਉਹ ਜ਼ਖਮ ਨਹੀਂ ਦੇ ਸਕਦਾ, ਜਿਹੜਾ ਕੋਈ ਵੀ ਚੋਟ, ਘਾਤ ਦਾ ਅਰਥ ਚੋਟ ਵੀ ਹੁੰਦਾ ਹੈ, ਜ਼ਖਮ ਵੀ ਹੁੰਦਾ ਹੈ। ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਘਾਵ, ਘਾਵ ਦਾ ਅਰਥ ਹੁੰਦਾ ਜ਼ਖਮ, ਕਿ ਇਹਦੇ ਸਰੀਰ ਵਿੱਚ ਬਹੁਤ ਗਹਿਰਾ ਘਾਉ ਹੈ, ਭਾਵ ਜ਼ਖਮ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੋਈ ਚੋਟ ਨਹੀਂ ਦੇ ਸਕਦਾ, ਕੋਈ ਜ਼ਖਮ ਨਹੀਂ ਦੇ ਸਕਦਾ, ਜਾਂ ਅਰਥ ਕਰਾਂਗੇ ਨਿਰਘਾਤੇ, ਉਹਦੀ ਕੋਈ ਘਾਤ, ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਜੋ ਨਾਸ਼ ਤੋਂ ਰਹਿਤ ਹੈ। ਨਮਸਤੰ ਨਿਰਤੂਤੇ ਨਮਸਤੰ ਅਬੂਤੇ। ਸਭ ਕਹਿੰਦੇ ਉਸ ਅਕਾਲ ਪੁਰਖ ਜੀ ਨੂੰ ਨਮਸਕਾਰ ਜੋ ਨਿਰਧੂਤੇ, ਨਿਰਧੂਤੇ ਦਾ ਅਰਥ ਹੁੰਦਾ ਹੈ ਜਿਹਦਾ ਟਿਕਾਣਾ, ਜਿੱਥੇ ਉਹ ਟਿਕਿਆ ਹੋਇਆ ਨਾ, ਉਹਨੂੰ ਕੋਈ ਦੁਨੀਆ ਦੀ ਤਾਕਤ ਹਿਲਾ ਨਹੀਂ ਸਕਦੀ ਹੈ। ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਉਹਦੇ ਟਿਕਾਣੇ ਨੂੰ ਨਹੀਂ ਹਿਲਾ ਸਕਦੀ। ਅਸੀਂ ਆਪਣੇ ਆਪਣੇ ਜ਼ੋਰ ਦਾ ਬੋਲ ਬਾਲਾ ਦੁਨੀਆ ਵਿੱਚ ਬੜਾ ਕਰਦੇ ਹਾਂ ਕਿ ਮੇਰੇ ਵਿੱਚ ਇੰਨਾ ਜ਼ੋਰ ਹੈ, ਮੇਰੇ ਵਿੱਚ ਇੰਨਾ ਬਲ ਹੈ, ਇੰਨੀ ਤਾਕਤ ਹੈ, ਮੈਂ ਫਲਾਣੇ ਦਾ ਆਸਨ ਹਿਲਾ ਸਕਦਾ, ਮੈਂ ਫਲਾਣੇ ਦਾ ਤਖਤ ਵੀ ਹਿਲਾ ਸਕਦਾ। ਦੁਨੀਆ ਵਿੱਚ ਬੜੇ ਬੜੇ ਹੰਕਾਰੀ ਆਏ, ਬੜੇ ਬੜੇ ਪਾਵਰਫੁੱਲ ਤਾਕਤ ਵਾਲੇ ਆਏ, ਪਰ ਦੁਨੀਆ ਦਾ ਜ਼ੋਰ ਦੁਨੀਆ ਉੱਤੇ ਚੱਲ ਸਕਦਾ ਹੈ, ਦੁਨੀਆ ਬਣਾਉਣ ਵਾਲੇ ਉੱਤੇ ਉਹਦਾ ਜ਼ੋਰ ਨਹੀਂ ਚੱਲ ਸਕਦਾ। ਸਾਡਾ ਦੁਨੀਆ ਤੇ ਜ਼ੋਰ ਚੱਲ ਸਕਦਾ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਸਾਡਾ ਜ਼ੋਰ ਨਹੀਂ ਚੱਲਣਾ। ਜੇ ਉਹਦੇ ਅੱਗੇ ਸਾਡਾ ਜ਼ੋਰ ਚੱਲਦਾ ਹੋਵੇ ਫਿਰ ਤੇ ਅਸੀਂ ਆਪਣੇ ਹੁਕਮ ਅਨੁਸਾਰ, ਆਪਣੀ ਮਰਜ਼ੀ ਅਨੁਸਾਰ ਉਹਦੇ ਤੋਂ ਹੁਕਮ ਲੈ ਸਕਦੇ ਹਾਂ। ਪਰ ਨਹੀਂ, ਕਿਤੇ ਜਾ ਕੇ ਸਾਨੂੰ ਇਹ ਗੱਲ ਸਮਝਦੇ ਹਾਂ, ਹੱਥ ਜੋੜ ਕੇ ਕਹਿਣਾ ਪਏਗਾ ਕਿ ਦੁਨੀਆ ਅੱਗੇ ਜ਼ੋਰ ਸਕਦਾ, ਚੱਲ ਸਕਦਾ ਹੈ, ਪਰ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ। ਵਾਹਿਗੁਰੂ ਜੀ ਇੰਨਾ ਜ਼ੋਰ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਕੁਝ ਕਰ ਸਕੀਏ। ਜੋ ਤੁਹਾਡੇ ਹੁਕਮ ਵਿੱਚ ਹੋਣਾ, ਜੋ ਤੁਹਾਡੀ ਰਜ਼ਾ ਦੇ ਵਿੱਚ ਹੋਣਾ, ਉਹ ਤੁਹਾਡੇ ਹੁਕਮ ਰਜ਼ਾ ਦੇ ਵਿੱਚ ਹੀ ਹੋਣਾ ਹੈ। ਸਾਡੇ ਵਿੱਚ ਇੰਨਾ ਬਲ ਨਹੀਂ ਹੈ ਕਿ ਅਸੀਂ ਆਪਣੀ ਤਾਕਤ ਨਾਲ, ਬਲ ਨਾਲ ਕੋਈ ਕਾਰਜ ਜਿਹੜਾ ਉਹ ਬਣਾ ਸਕੀਏ। ਤੁਸੀਂ ਕਿਰਪਾ ਕਰੋਗੇ ਤਾਂ ਹੋਣਾ ਹੈ। ਇਸ ਲਈ ਅਸੀਂ ਆਪਣਾ ਜ਼ੋਰ ਲਾਉਂਦੇ ਰਹਿੰਦੇ ਹਾਂ। ਅਸੀਂ ਆਪਣੀ ਬਾਹਾਂ ਦਾ ਵੀ ਜ਼ੋਰ ਦਿਖਾਉਂਦੇ ਹਾਂ, ਦਿਮਾਗ ਦਾ ਵੀ ਜ਼ੋਰ ਦਿਖਾਉਂਦੇ ਹਾਂ, ਅਸੀਂ ਆਪਣੀ ਅਕਲ ਦਾ ਵੀ ਜਿਹੜਾ ਉਹ ਜ਼ੋਰ ਦਿਖਾਉਂਦੇ ਹਾਂ। ਪਰ ਇੱਕ ਥਾਂ ਐਸੀ ਹੈ ਜਿੱਥੇ ਆ ਕੇ ਸਾਡੀ ਅਕਲ, ਦਿਮਾਗ, ਬਾਹਾਂ ਦਾ ਜ਼ੋਰ ਕੰਮ ਹੀ ਕੋਈ ਨਹੀਂ ਕਰਦਾ। ਜਿੱਥੇ ਆ ਕੇ ਸਾਡਾ ਜ਼ੋਰ ਚੱਲਣਾ ਹੀ ਕੋਈ ਨਹੀਂ ਹੈ, ਉੱਥੇ ਤਾਂ ਹੱਥ ਜੋੜ ਕੇ ਹੈ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਜਿਵੇਂ ਭਾਉਂਦਾ ਹੈ ਤਿਵੇਂ ਬਖਸ਼ ਦਿਓ, ਕਿਉਂਕਿ ਇੱਕ ਤੁਸੀਂ ਹੋ ਜਿੱਥੇ ਸਾਡਾ ਜ਼ੋਰ ਨਹੀਂ ਚੱਲਦਾ। ਇਸ ਲਈ ਕਹਿੰਦੇ ਨੇ ਉਸ ਅਕਾਲ ਪੁਰਖ ਜੀ ਨੂੰ ਨਮਸਕਾਰ ਹੈ ਜੋ ਨਿਰਧੂਤੇ, ਭਾਵ ਜਿਹਦੇ ਟਿਕਾਣੇ ਨੂੰ ਹਿਲਾਇਆ ਨਹੀਂ ਜਾ ਸਕਦਾ, ਜਿਹਦੇ ਆਸਨ ਨੂੰ ਹਿਲਾਇਆ ਨਹੀਂ ਜਾ ਸਕਦਾ, ਜਿਹਦੇ ਦਰਬਾਰ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹੀ ਕਾਰਨ ਸੀ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਿਫਤੀ ਦੇ ਘਰ ਦੇ ਵਿੱਚ ਜੇ ਰੱਬ ਦੇ ਘਰ ਦੀ ਰਚਨਾ ਕੀਤੀ ਤੇ ਉਹਦਾ ਨਾਮ ਰੱਖਿਆ ਸੀ ਹਰ ਮੰਦਰ। ਇਹ
ਦੁਨਿਆਵੀ ਮੰਦਰ ਨਹੀਂ, ਇਹ ਹਰ ਮੰਦਰ ਇਹ ਹਰੀ ਦਾ ਮੰਦਰ ਹੈ। ਔਰ ਕਿਸੇ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਹਰੀ ਦੇ ਮੰਦਰ ਨੂੰ ਮਿਟਾ ਸਕੇ। ਤੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤਖਤ ਦੀ ਰਚਨਾ ਕੀਤੀ ਤੇ ਸਾਹਿਬ ਨੇ ਆਪਣੇ ਜਾਂ ਗੁਰੂ ਰਾਮਦਾਸ ਜੀ ਦੇ ਜਾਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਮ ਤੇ ਤਖਤ ਦਾ ਨਾਮ ਨਹੀਂ ਰੱਖਿਆ, ਸਾਹਿਬ ਨੇ ਨਾਮ ਰੱਖਿਆ ਅਕਾਲ ਤਖਤ। ਇਹ ਉਹ ਤਖਤ ਹੈ ਜਿਹਦੇ ਉੱਤੇ ਕਿਸੇ ਵੀ ਤਖਤਾਂ ਦੇ ਮਾਲਕਾਂ ਦਾ ਜ਼ੋਰ ਨਹੀਂ ਚੱਲ ਸਕਦਾ। ਚਲਾਉਣ ਲਈ ਤੇ ਬਹੁਤ ਆਏ, ਅੱਜ ਵੀ ਬੜਿਆਂ ਦਾ ਜ਼ੋਰ ਲੱਗਾ ਹੋਇਆ ਵੀ ਅਕਾਲ ਤਖਤ ਨੂੰ ਨੀਵਾਂ ਕਰਕੇ ਦਿਖਾਇਆ ਜਾ ਸਕੇ ਜਾਂ ਝੂਲ ਦੇ ਨਿਸ਼ਾਨ ਨੀਵੇਂ ਕੀਤੇ ਜਾ ਸਕਣ, ਪਰ ਜਿੰਨੇ ਵੀ ਜ਼ੋਰ ਲਾਉਣ ਵਾਲੇ ਆਉਂਦੇ ਰਹੇ ਉਹ ਆਪਣਾ ਜ਼ੋਰ ਵਿਖਾ ਕੇ ਜ਼ੋਰ ਲਗਾ ਕੇ ਦੁਨੀਆ ਤੋਂ ਚਲੇ ਗਏ, ਪਰ ਉਹਨਾਂ ਦਾ ਆਪਣਾ ਤਖਤ ਹਿੱਲ ਗਿਆ, ਪਰ ਉਹ ਅਕਾਲ ਤਖਤ ਸਾਹਿਬ ਨੂੰ ਨਹੀਂ ਹਿਲਾ ਸਕੇ। ਉਹ ਆਪਣੇ ਤਖਤ ਤੋਂ ਭਾਵੇਂ ਹਿੱਲ ਗਏ, ਦੁਨੀਆ ਤੋਂ ਤੁਰ ਗਏ, ਜਹਾਨੋਂ ਤੁਰ ਗਏ, ਪਰ ਅਕਾਲ ਤਖਤ ਸਾਹਿਬ ਨੂੰ ਮਿਟਾ ਨਹੀਂ ਸਕੇ। ਕਿਉਂ? ਕਿਉਂਕਿ ਉਸ ਤਖਤ ਦਾ ਨਾਮ ਜਿਹੜਾ ਉਹ ਕਿਸੇ ਬੰਦੇ ਦੇ ਨਾਮ ਤੇ ਨਹੀਂ ਹੈ। ਉਸ ਤਖਤ ਦਾ ਨਾਮ ਹੈ ਅਕਾਲ, ਜਿਹੜਾ ਕਾਲ ਤੋਂ ਰਹਿਤ ਹੈ। ਇਸ ਲਈ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਨੂੰ ਨਮਸਕਾਰ ਹੈ, ਜਿਸ ਦੇ ਆਸਣ ਨੂੰ, ਜਿਸ ਦੇ ਟਿਕਾਣੇ ਨੂੰ, ਜਿਸ ਦੇ ਤਖਤ ਨੂੰ, ਜਿੱਥੇ ਉਹ ਵਿਰਾਜਮਾਨ ਹੁੰਦਾ ਹੈ ਉਹਨੂੰ ਨਹੀਂ ਹਿਲਾਇਆ ਜਾ ਸਕਦਾ। ਨਮਸਤੰ ਆਭੂਤੇ ਕਹਿਣ ਲੱਗੇ ਜਿਵੇਂ ਅਸੀਂ ਸੰਸਾਰ ਦੇ ਅੰਦਰ ਪੰਜ ਤੱਤ ਦੇ ਵਿੱਚ ਆ, ਪੰਜ ਭੂਤਕ ਸਰੀਰ ਜਿਵੇਂ ਅਸੀਂ ਕਹਿ ਦਿੰਦੇ ਹਾਂ, ਉਹ ਪਰਮੇਸ਼ਵਰ ਜਿਹੜਾ ਹੈ ਆਭੂਤੇ, ਉਹ ਕਿਸੇ ਵੀ ਪੰਜ ਭੂਤਕ ਸਰੀਰ ਦੇ ਵਿੱਚ, ਪੰਜ ਤੱਤਾਂ ਦੇ ਵਿੱਚ ਨਹੀਂ ਆਉਂਦਾ। ਅਸੀਂ ਪੰਜ ਤੱਤਾਂ ਦੇ ਸੁਮੇਲ ਦੇ ਨਾਲ ਬਣੇ ਹੋਏ ਹਾਂ। ਇਹ ਸਾਡਾ ਜਿਹੜਾ ਸਰੀਰਕ ਢਾਂਚਾ ਬਣਿਆ ਇਹ ਪੰਜ ਤੱਤਾਂ ਦੇ ਸੁਮੇਲ ਨਾਲ ਬਣਿਆ ਤੇ ਬਣਾਉਣ ਵਾਲੇ ਨੇ ਬਣਾਇਆ ਹੈ, ਸਿਰਜਿਆ ਹੈ ਸਾਨੂੰ ਪੰਜ ਤੱਤਾਂ ਦਾ। ਇੱਥੋਂ ਤੱਕ ਵੀ ਗੁਰਬਾਣੀ ਵਿੱਚ ਜ਼ਿਕਰ ਆਇਆ ਕਿ ਜੇ ਕੋਈ ਕਹਿੰਦਾ ਵੀ ਮੈਂ ਰੱਬ ਤੋਂ ਵੱਡਾ ਹਾਂ ਤੇ ਫਿਰ ਉਹ 6 ਤੱਤ ਦਾ ਬਣਾ ਕੇ ਵਿਖਾਵੇਗਾ। ਅੱਜ ਵਿਗਿਆਨ ਚੋਟੀ ਤੇ ਹੈ, ਅੱਜ ਸਾਇੰਸਦਾਨ ਜਿਹੜਾ ਉਹ ਬੁਲੰਦੀਆਂ ਨੂੰ ਛੂਹ ਰਿਹਾ ਹੈ। ਕਈਆਂ ਦੀ ਦਿਮਾਗ ਦੀ ਉਪਜ ਨੇ ਰੋਬੋਟ ਬਣਾ ਦਿੱਤਾ, ਉਹ ਚੱਲਦਾ ਫਿਰਦਾ ਬੋਲਦਾ ਹੋਇਆ ਰੋਬੋਟ ਬਣਾ ਦਿੱਤਾ, ਪਰ ਜਿਹੜਾ ਪਰਮੇਸ਼ਵਰ ਨੇ ਮਨੁੱਖ ਬਣਾਇਆ ਉਹਦੀ ਬਰਾਬਰੀ ਨਹੀਂ ਉਹ ਕਰ ਸਕਦੇ, ਉਹਦੀ ਬਰਾਬਰੀ ਨਹੀਂ ਹੈ। ਇਸ ਲਈ ਪਰਮੇਸ਼ਵਰ ਨੇ ਪੰਜ ਤੱਤਾਂ ਦੇ ਵਿੱਚ ਸਾਡੀ ਰਚਨਾ ਕਰ ਦਿੱਤੀ। ਕੋਈ ਐਸਾ ਹੋਵੇ ਜਿਹੜਾ ਕਵੇ ਵੀ ਮੈਂ ਵੀ ਰੱਬ ਤੋਂ ਵੀ ਵੱਡਾ, ਉਹਦੇ ਤੋਂ ਜ਼ਿਆਦਾ ਮੇਰੇ ਵਿੱਚ ਪਾਵਰ ਹੈ, ਤੇ ਫਿਰ ਮਹਾਰਾਜ ਕਹਿੰਦੇ ਠੀਕ ਹੈ ਤੂੰ 6 ਦਾ ਬਣਾ ਕੇ ਵਿਖਾ ਦੇ। ਜੇ ਤੂੰ 6 ਦਾ ਬਣਾ ਕੇ ਵਿਖਾ ਦੇਗਾ ਤੇ ਅਸੀਂ ਫਿਰ ਅਕਾਲ ਪੁਰਖ ਨੂੰ ਛੱਡ ਕੇ ਤੈਨੂੰ ਧਿਆਉਣ ਲੱਗ ਜਾਵਾਂਗੇ। ਪਰ ਸੱਚ ਤਾਂ ਇਹ ਹੈ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਉਹਦੇ ਤੋਂ ਸਿਵਾ ਦੂਜਾ ਹੈ ਹੀ ਕੋਈ ਨਹੀਂ। ਉਹਦੀ ਬਰਾਬਰੀ ਕਿਸੇ ਦੇ ਨਾਲ ਕੀਤੀ ਨਹੀਂ ਜਾ ਸਕਦੀ, ਨਾ ਕਦੇ ਹੋ ਸਕਦੀ ਹੈ। ਇਸ ਲਈ ਕਹਿ ਰਹੇ ਨੇ ਉਹ ਜਿਹਨੇ ਪੰਜ ਤੱਤਾਂ ਦਾ ਇਹ ਜੀਵਨ ਸਾਨੂੰ ਬਖਸ਼ਿਆ ਹੈ, ਪਰ ਉਹ ਆਪ ਇਹਨਾਂ ਪੰਜਾਂ ਤੱਤਾਂ ਤੋਂ ਰਹਿਤ ਹੈ। ਉਹ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਨਹੀਂ ਆਉਂਦਾ। ਬਣਾਉਣ ਵਾਲਾ ਉਹ ਆਪ ਜ਼ਰੂਰ ਹੈ, ਪਰ ਉਹ ਇਹਦੇ ਤੋਂ ਰਹਿਤ ਹੈ। ਇਸ ਲਈ ਉਸ ਅਕਾਲ ਪੁਰਖ ਨੂੰ ਨਮਸਕਾਰ ਜੋ ਇਸ ਪੰਜਾਂ ਤੱਤਾਂ ਤੋਂ ਰਹਿਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਅਕਾਲ ਪੁਰਖ ਜੀ ਨੂੰ ਬਾਰ-ਬਾਰ ਨਮਸਕਾਰ ਕਰਕੇ ਸਾਨੂੰ ਜਾਚ ਸਿਖਾਉਂਦੇ ਨੇ ਕਿ ਤੁਸੀਂ ਹਰ ਟਾਈਮ, ਹਰ ਸਮੇਂ, ਜਿੱਦਾਂ ਦਾ ਮਰਜ਼ੀ ਵਕਤ ਆਵੇ, ਸਮਾਂ ਆਵੇ, ਤੁਸੀਂ ਅਕਾਲ ਪੁਰਖ ਨੂੰ ਹੀ ਨਮਸਕਾਰ ਕਰਨੀ ਹੈ। ਨਮਸਤੰ ਅਲੋਕੇ ਨਮਸਤੰ ਅਸੋਕੇ। ਉਸ ਅਕਾਲ ਪੁਰਖ ਨੂੰ ਨਮਸਕਾਰ ਜੋ ਅਲੋਕੇ, ਲੋਕੇ ਦਾ ਅਰਥ ਜਿਹੜਾ ਲੋਕ ਆਪਾਂ ਵੇਖ ਰਹੇ ਹਾਂ, ਲੁਕਾਈ ਵੇਖ ਰਹੇ ਹਾਂ ਇਸ ਲੋਕ ਵਿੱਚ। ਲੋਕ ਦਾ ਅਰਥ ਹੁੰਦਾ ਜੋ ਦਿਖਾਈ ਦੇ ਰਿਹਾ ਹੈ, ਜੋ ਦਿਸ ਰਿਹਾ ਹੈ। ਅਲੋਕੇ ਦਾ ਅਰਥ ਹੁੰਦਾ ਜੋ ਨਹੀਂ ਦਿਖਾਈ ਦਿੰਦਾ, ਜੋ ਨਹੀਂ ਦਿਖਾਈ ਦੇ ਰਿਹਾ, ਨਜ਼ਰ ਨਹੀਂ ਆ ਰਿਹਾ। ਹੁਣ ਗੁਰਬਾਣੀ ਇਹੀ ਤੇ ਗੱਲ ਤੇ ਸਮਝਾਉਣ ਤੇ ਜ਼ੋਰ ਦਿੰਦੀ ਹੈ ਕਿ ਤੂੰ ਉਹਨੂੰ ਮਹਿਸੂਸ ਕਰ, ਅਨੁਭਵ ਕਰ
ਜਿਹਨੂੰ ਜਿਹੜਾ ਉਹ ਦੇਖਿਆ ਨਹੀਂ ਜਾ ਸਕਦਾ, ਆ ਬਾਹਰੀ ਅੱਖ ਨਾਲ ਦੇਖਿਆ ਨਹੀਂ ਜਾ ਸਕਦਾ, ਜਿਹਨੂੰ ਬਾਹਰ ਦੀ ਅੱਖ ਦੇ ਨਾਲ ਦੇਖਿਆ ਜਾ ਹੀ ਨਹੀਂ ਸਕਦਾ, ਕਿਉਂਕਿ ਇਹ ਬਾਹਰ ਦੀ ਅੱਖ ਹੈ ਮਾਇਆਵੀ, ਤੇ ਮਾਇਆਵੀ ਅੱਖ ਸਿਰਫ ਮਾਇਆ ਨੂੰ ਹੀ ਵੇਖ ਸਕਦੀ ਹੈ। ਇਹ ਦੁਨਿਆਵੀ ਅੱਖ ਹੈ ਤੇ ਦੁਨਿਆਵੀ ਅੱਖ ਸਿਰਫ ਦੁਨੀਆ ਨੂੰ ਹੀ ਦੇਖ ਸਕਦੀ ਹੈ। ਇਹ ਦੁਨੀਆ ਤੋਂ ਅੱਗੇ ਕੀ ਹੈ ਉਹਨੂੰ ਨਹੀਂ ਇਹ ਅੱਖ ਵੇਖ ਸਕਦੀ। ਇਸ ਲਈ ਕਹਿਣ ਲੱਗੇ ਉਹ ਪਰਮੇਸ਼ਵਰ ਹੈ ਤਾਂ ਲੋਕ ਦੇ ਵਿੱਚ ਹੀ ਹੈ, ਪਰ ਲੋਕ ਵਿੱਚ ਰਹਿ ਕੇ ਆਲੋਕ ਹੈ, ਭਾਵ ਉਹ ਸੰਸਾਰ ਵਿੱਚ ਹੈ ਪਰ ਅਦ੍ਰਿਸ਼ਟ ਹੈ, ਜਿਹੜਾ ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਜਿਹੜਾ ਸਾਡੀ ਨਜ਼ਰ ਤੋਂ ਪਰੇ ਹੈ। ਪਰ ਸਾਡੀ ਨਜ਼ਰ ਤੋਂ ਪਰੇ ਹੋਣ ਦਾ ਮਤਲਬ ਇਹ ਨਹੀਂ ਕਿ ਉਹਦੀ ਹੋਂਦ ਨਹੀਂ ਹੈ, ਉਹਦੀ ਹਸਤੀ ਨਹੀਂ ਹੈ, ਉਹ ਹੈ ਪਰ ਅਲੋਕੇ, ਭਾਵ ਸਾਡੀ ਦ੍ਰਿਸ਼ਟੀ ਸਾਡੀ ਨਜ਼ਰ ਤੋਂ ਪਰੇ ਹੈ, ਜੋ ਦਿਖਾਈ ਨਹੀਂ ਦੇ, ਕਿਉਂਕਿ ਉਹ ਦੋ ਰੂਪ ਦੇ ਵਿੱਚ ਵਰਤਦਾ ਹੈ, ਇੱਕ ਪ੍ਰਗਟ ਰੂਪ ਵਿੱਚ ਤੇ ਇੱਕ ਗੁਪਤ ਰੂਪ ਵਿੱਚ, ਇੱਕ ਸਰਗੁਣ ਰੂਪ ਦੇ ਵਿੱਚ ਔਰ ਇੱਕ ਨਿਰਗੁਣ ਰੂਪ ਦੇ ਵਿੱਚ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਹੁਣ ਜਿਵੇਂ ਅਸੀਂ ਵੀ ਦੋ ਤਲ ਤੇ ਆ, ਸਰੀਰ ਦਿਸ ਰਿਹਾ ਪਰ ਅੰਦਰ ਦੀ ਜਿੰਦ ਰੱਬੀ ਜੋਤ ਨਹੀਂ ਦਿਸ ਰਹੀ। ਹੁਣ ਉਹ ਜਿਹੜੀ ਅੰਦਰ ਰੱਬੀ ਜੋਤ ਉਹ ਨਹੀਂ ਦਿਸ ਰਹੀ, ਤੇ ਇਹਦਾ ਮਤਲਬ ਕਿ ਅਸੀਂ ਇਕੱਲਾ ਸਰੀਰਕ ਢਾਂਚਾ ਹੀ ਲੈ ਕੇ ਤੁਰੇ ਆ? ਨਹੀਂ, ਇਹਨੂੰ ਚਲਾਉਣ ਵਾਲਾ ਵੀ ਤੇ ਅੰਦਰ ਹੈ। ਜਿਹੜਾ ਚਲਾਉਣ ਵਾਲਾ ਹੈ ਉਹ ਨਹੀਂ ਦਿਖਾਈ ਦੇ ਰਿਹਾ, ਸਰੀਰ ਜਿਹੜਾ ਚੱਲ ਰਿਹਾ ਉਹ ਦਿਖਾਈ ਦੇ ਰਿਹਾ। ਇਹ ਸੰਸਾਰ ਜਿਹੜਾ ਦਿਖਾਈ ਦੇ ਰਿਹਾ ਹੈ, ਪਰ ਸੰਸਾਰ ਨੂੰ ਚਲਾਉਣ ਵਾਲਾ ਜਿਹੜਾ ਨਿਰੰਕਾਰ ਆਕਾਰ ਤੋਂ ਰਹਿਤ ਹੈ ਉਹ ਨਹੀਂ ਦਿਖਾਈ ਦੇ ਰਿਹਾ। ਪਰ ਜੇ ਨਿਰੰਕਾਰ ਨਹੀਂ ਤਾਂ ਫਿਰ ਸੰਸਾਰ ਵੀ ਨਹੀਂ ਹੈ। ਜੇ ਨਿਰੰਕਾਰ ਹੈ ਤਾਂ ਸੰਸਾਰ ਹੈ, ਜੇ ਉਹ ਨਹੀਂ ਤਾਂ ਸੰਸਾਰ ਵੀ ਨਹੀਂ ਹੈ। ਜੇ ਅੰਦਰ ਜਿੰਦ ਹੈ ਤਾਂ ਸਰੀਰ ਹੈ, ਤੇ ਜੇ ਅੰਦਰ ਦੀ ਜਿੰਦ ਨਹੀਂ ਹੈ ਤਾਂ ਸਰੀਰ ਵੀ ਨਹੀਂ ਹੈ। ਅਸੀਂ ਉਨਾ ਚਿਰ ਹੀ ਤੁਰੇ ਫਿਰਦੇ ਆ ਨਾ, ਇਹ ਸਰੀਰ ਉਨਾ ਚਿਰ ਹੀ ਹਲਚਲ ਕਰ ਰਿਹਾ ਜਿੰਨਾ ਚਿਰ ਅੰਦਰ ਜਿੰਦ ਹੈ। ਜਦੋਂ ਅੰਦਰ ਦੀ ਜਿੰਦ ਪੰਛੀ ਉਡਾਰੀ ਮਾਰ ਗਿਆ ਉਦੋਂ ਇਹ ਇਕੱਲਾ ਪਿੰਜਰਾ ਹੀ ਰਹਿ ਜਾਣਾ। ਇਹ ਤੇ ਇੰਨਾ ਜੋਗਾ ਵੀ ਨਹੀਂ ਕਿ ਇੱਕ ਕਦਮ ਅੱਗੇ ਵਧਾ ਸਕੇ। ਫਿਰ ਤੇ ਵੇਖੋ ਬੰਦਾ ਚੱਲਿਆ ਚਹੁੰ ਜਣਿਆਂ ਦੇ ਕੰਨ, ਕਦੋਂ ਚੱਲਿਆ? ਜਦੋਂ ਅੰਦਰ ਦਾ ਪੰਛੀ ਉਡਾਰੀ ਮਾਰ ਗਿਆ। ਸਾਨੂੰ ਇਹੀ ਤੇ ਬਾਰ-ਬਾਰ ਬਾਣੀ ਵਿੱਚ ਸਮਝਾਇਆ ਸੀ, ਪਰ ਉਹ ਪੰਛੀ ਹੀ ਨਹੀਂ ਦਿਸਦਾ ਪਿਆ। ਉਡਾਰੀ ਤਾਂ ਮਾਰਦਾ ਹੈ ਪਰ ਉਹ ਦਿਸਦਾ ਹੀ ਨਹੀਂ ਕਿ ਕਦੋਂ ਉਹਨੇ ਉਡਾਰੀ ਮਾਰ। 10, 20, 50 ਬੰਦੇ ਕੋਲ ਖਲੋਤੇ ਹੁੰਦੇ ਆ, ਇੱਕ ਬੰਦਾ ਸਰੀਰ ਛੱਡ ਕੇ ਜਾ ਰਿਹਾ ਹੁੰਦਾ ਹੈ, ਪਰ ਉਹਦੇ ਵਿੱਚੋਂ ਪੰਛੀ ਕਿਹੜੇ ਵੇਲੇ ਨਿਕਲ ਗਿਆ ਪਤਾ ਹੀ ਕੋਈ ਨਹੀਂ ਲੱਗਦਾ, ਕਿਉਂਕਿ ਉਹ ਸਾਡੀ ਨਜ਼ਰ ਤੋਂ ਪਰੇ ਹੈ। ਜੇ ਸਾਡੀ ਦ੍ਰਿਸ਼ਟੀ ਤੋਂ ਨਜ਼ਰ ਤੋਂ ਉਹ ਪਰੇ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਨਹੀਂ ਹੈ, ਉਹ ਹੈ, ਉਹਨੂੰ ਅਸੀਂ ਮਹਿਸੂਸ ਕਰਨਾ ਹੈ। ਗੁਰਬਾਣੀ ਵਿੱਚ ਇਹੀ ਤਾਂ ਸਮਝਾਇਆ ਕਿ ਹਾਡ ਮਾਸ ਨਾਰੀ ਕੋ ਪਿੰਜਰ ਪੰਖੀ ਵਸੈ। ਵਿਚਾਰਾ ਆ ਹੱਡ ਮਾਸ ਨਾੜੀਆਂ ਦਾ 5 ਤੱਤਾਂ ਦਾ ਸਰੀਰ ਹੈ, ਪਰ ਇਹਦੇ ਵਿੱਚ ਇੱਕ ਪੰਛੀ ਵਸਦਾ ਹੈ। ਤੇ ਜਦੋਂ ਉਹਨੇ ਪੰਛੀ ਨੇ ਅੰਦਰੋਂ ਉਡਾਰੀ ਮਾਰੀ ਤੇ ਇਕੱਲਾ ਹੱਡੀਆਂ ਦਾ ਇਹ ਪਿੰਜਰਾ ਹੀ ਰਹਿ ਜਾਣਾ ਹੈ, ਇਹਦੇ ਪੱਲੇ ਕੱਖ ਨਹੀਂ ਹੈ। ਪਰ ਉਹ ਜੋ ਹੈ ਉਹੀ ਸਰੀਰ ਨੂੰ ਚਲਾ ਰਿਹਾ ਹੈ, ਉਹਦੇ ਕਰਕੇ ਹੀ ਸਰੀਰ ਚੱਲ ਰਿਹਾ ਹੈ। ਇੱਕ ਖਿਡੌਣਾ ਜਾਂ ਰੋਬੋਟ ਚੱਲ ਰਿਹਾ ਹੈ, ਕਿਉਂ ਚੱਲ ਰਿਹਾ? ਕਿਉਂਕਿ ਉਹਦੇ ਵਿੱਚ ਬੈਟਰੀ ਕੰਮ ਕਰ ਰਹੀ ਹੈ। ਆ ਮੋਬਾਈਲ ਹੀ ਆਪਾਂ ਚਲੋ ਲੈ ਲਈਏ, ਇਹ ਕਿਉਂ ਕੰਮ ਕਰ ਰਿਹਾ? ਕਿਉਂਕਿ ਇਹਦੇ ਵਿੱਚ ਬੈਟਰੀ ਕੰਮ ਕਰ ਰਹੀ ਹੈ। ਲੱਖਾਂ ਦੇ ਮੋਬਾਈਲ ਨੇ, ਲੱਖਾਂ ਦੇ, ਲੱਖ ਤੋਂ ਵੀ ਉੱਪਰ ਦੇ ਮੋਬਾਈਲ ਨੇ, ਪਰ ਜੇ ਤੁਸੀਂ ਉਹਨੂੰ ਚਾਰਜ ਨਹੀਂ ਕਰੋਗੇ ਤੇ ਉਹ ਲੱਖ ਦਾ ਮੋਬਾਈਲ ਇੱਕ ਪਾਸੇ ਪਿਆ ਰਹੇਗਾ, ਨਾ ਉਹਨੇ ਸੁਣਨਾ ਨਾ ਬੋਲਣਾ, ਉਹਨੇ ਚੱਲਣਾ ਹੀ ਨਹੀਂ। ਕਿਉਂ ਨਹੀਂ ਚੱਲਣਾ? ਕਿਉਂਕਿ ਉਹ ਚਾਰਜ ਕਰਨ ਵਾਲਾ ਸਿਸਟਮ ਉਹਦਾ ਖਤਮ ਹੋ ਗਿਆ। ਇਸੇ ਤਰ੍ਹਾਂ ਸਾਡਾ ਇਹ ਜੀਵਨ ਜਿਹੜਾ ਹੈ ਉਹ ਅੰਦਰ ਜਿਹੜਾ ਜਿੰਦ ਹੈ ਪੰਛੀ ਉਹਦੇ ਕਰਕੇ ਹੈ, ਪਰ ਅਸੀਂ ਸਰੀਰ ਦੇਖ ਪਾ ਰਹੇ ਹਾਂ, ਹੱਡ ਮਾਸ ਨਾੜੀ ਜਿਹੜਾ ਇਹ ਦੇਖ ਪਾ ਰਹੇ ਹਾਂ, ਪਰ ਜਿਹੜਾ ਅੰਦਰ ਉਹ ਪੰਛੀ ਬੈਠਾ ਉਹਨੂੰ ਨਹੀਂ ਦੇਖ ਪਾ ਰਹੇ। ਤੇ ਕਿਸੇ ਵੀ ਐਕਸਰੇ ਦੇ ਵਿੱਚ ਉਹਦੀ ਤਸਵੀਰ ਵੀ ਕੋਈ ਨਹੀਂ ਆਉਂਦੀ। ਜਿੰਨੇ ਮਰਜ਼ੀ ਅਸੀਂ ਵਧੀਆ ਤੋਂ ਵਧੀਆ ਮਸ਼ੀਨਾਂ ਰਾਹੀਂ ਐਕਸਰੇ ਕਰਾ ਲਈਏ, ਪਰ ਉਹਦੀ ਤਸਵੀਰ ਨਹੀਂ ਆਉਣੀ। ਕਿਉਂ? ਕਿਉਂਕਿ ਉਹ ਸਾਡੀ ਨਜ਼ਰ ਤੋਂ ਪਰੇ ਹੈ, ਸਾਡੀ ਨਜ਼ਰ ਦੇ ਵਿੱਚ ਨਹੀਂ ਉਹ ਆਉਂਦਾ। ਇਸੇ ਤਰ੍ਹਾਂ ਪਰਮੇਸ਼ਵਰ ਹੈ, ਉਹ ਇਹ ਲੋਕ ਦੀ ਰਚਨਾ ਕਰਨ ਵਾਲਾ ਹੈ, ਪਰ ਜਿਹੜਾ ਰਚਨਾ ਕਰਨ ਵਾਲਾ ਹੈ ਉਹ ਆਪ ਕੀ ਹੈ?
महाराज कहते आलोके, आलोके लोके का मतलब लुकिया होया भी कह सकते हैं, छुपिया होया। कहते वो संसार इस लोक दे विच है पर आलोके साडी दृष्टि नजर तो परे है, जो दिखाई नहीं दिंदा। उस अकाल पुरख नूं नमस्कार। सब जी कहते ने जिन्हों देखिया नहीं जा सकता, जो दिसदा नहीं है। नमस्तं अशोके, शोक तो रहत है, वो गम तो रहत है। साडे जीवन विच जिन्ना वड्डा दुख होएगा उन्ना वड्डा गम होएगा, जिन्ना वड्डा गम होएगा उन्ना ही आपां शोक विच डुबे होवांगे। बंदा शोक विच कदों हुंदा है? जदों गम अंदर लग जाए। गम कदों लगदा है? जदों दुख लग जाए। दुख तो बंदा गम विच चला जांदा है, गम तो शोक विच चला जांदा है, पर वो परमेश्वर पूर्ण खिड़ाओ वाला है। उन्हों कोई दुख नहीं, कोई गम नहीं, कोई शोक नहीं। ताई ते असीं अकाल पुरख नाल जुड़ना है। क्यों जुड़ना है? क्योंकि असीं मुरझाए हुए हैं। जदों उहदे नाल जुड़ांगे ते सदा लई विगास विच आ जाएंगे। भगत जन क्यों विगास विच रहिंदे आ? क्योंकि वो संसार नाल नहीं जुड़दे, वो निरंकार नाल जुड़दे आ। असीं संसार नाल जुड़े आ, वो निरंकार नाल जुड़दे ने। इसलिए नानक भगतां सदा विगास, वो सदा विगास विच पूर्ण खिड़ाओ विच रहिंदे आ। वो कदे शोक विच जांदे ही नहीं, कदे गम विच डुबदे ही नहीं, वो कदे दुख उन्हां नूं सताउंदा ही नहीं। क्यों? क्योंकि वो निरंकार नाल जुड़े हुए ने। ये तो सुभाविक ही है ना। तुसीं किसे प्रसन्न कोई खिड़े हुए बंदे की संगत करोगे, तुसीं भी खिड़ जाओगे। उहदियां जड़ियां उहदी वाइब्रेशन जिहड़ी है वो तुहानूं भी खुशियां देवेगी। जे कोई गम विच दुख विच डुबा होएगा, वो तुसीं उहदी संगत विच आओगे ते तुसीं भी उदास हो जाओगे। क्योंकि उहदी वाइब्रेशन जिहड़ी है वो तुहाडे ते भी असर करेगी। मनमुख ते गुरमुख दी संगत विच कुछ वाइब्रेशन हुंदियां ने, वो की करदियां? वो साडे दिमाग ते असर करदियां ने। कोई शक नहीं, आप सारे जानते हो कि मोबाइल भावें आपां सब तो वध अज रिश्तेदारां नालों भी वध सानूं मोबाइल नाल प्यार है। उन्ना साडा अपना भैन भरावां दे नाल, घर दे जीआं नाल प्यार नहीं है जिन्ना साडा अज मोबाइल नाल। कोई शक नहीं इहदे विच। घर विच मां नज़र आवे ना आवे कोई परवाह नहीं, पिता जी नज़र आउण ना कोई परवाह नहीं, बच्चे नज़र आउण कोई परवाह नहीं है, भैन भरा नज़र आउण कोई परवाह नहीं, पर मोबाइल नज़र आउणा चाहिए। वो हर वेले नज़र आउणा चाहिए। एक सैकंड भी नज़र ना आवे ते घबराहट हो जाती है, बुखला जाता है, कित्थे गया मेरा मोबाइल। क्योंकि एक पल भी नहीं रह पा रहा उहदे तो बिना। और अद्धी रात नूं भी उठ के ये नहीं देखता भी माता जी नूं देखा भी प्यास ते नहीं लगी, अपने बच्चियां नूं वेखा भी ठीक ठाक ने, उठदियां सार पहला वेखदा मोबाइल कित्थे है। क्योंकि साडा उहदे नाल लगाव इन्ना ज्यादा हो गया। जिन्ना असीं उहदे नाल इन्ना लगाव पा लिया, ताई ते साडा परिवार ते रिश्तेदारां नाल इन्ना प्यार नहीं रह गया। परवाह नहीं, जिन्नी असीं मोबाइल की परवाह करते उन्नी कभी रिश्तेदारां की कीती। एक टाइम सी, क्योंकि उदों ये मायावी खेडां नहीं सी हुंदियां। उदों आपसी दिलों विच एक दूजे प्रति प्यार, एक दूजे प्रति सत्कार हुंदा सी। पर अज जो ठीक है, वो साडी एक लोड़, एक जरूरत बन गई है। पर इन्नी भी ना बन जाए कि माँ बाप ही भुल जाण, इन्नी भी ना बन जाए कि सानू बच्चे भी भुल जाण। आ एक घटना देखी सी वीडियो क्लिप दे राहीं कि पिता जिहड़ा वो बच्चे नूं स्कूल छड्डण आउंदा है ते वो गड्डी उहने रोकी, बच्चा उतर के अग्गेों जाण लगा, ध्यान मोबाइल वल सी। मोबाइल वाल ध्यान सी ते देखिया नहीं भी बच्चा गड्डी अगों लंघ रहा है ते चला दी, चढ़ गई गड्डी उपर। अब घरों आप ही लैके आया, आप ही उन्होंने स्कूल छड्डण आया ते आप ही उन्होंने गड्डी थले दे दिता। क्यों? क्योंकि ध्यान किधर सी? मोबाइल वाल सी। आए दिन ऐसियां घटनावां हुंदियां ने। चलो आपां दुनियावी गल छड्डीए, गुरु घर धार्मिक स्थान ते की हुंदा है? साडा इन्ना मोबाइल नाल लगाव है कि असीं गुरबाणी सुनण नूं तैयार नहीं है।
ਅਰਦਾਸ ਵਿੱਚ ਖਲੋਣ ਨੂੰ ਵੀ ਬੰਦਾ ਤਿਆਰ ਨਹੀਂ ਹੁੰਦਾ। ਜੇ ਕਿਤੇ ਆ ਗਿਆ, ਰਿੰਗ ਵੱਜ ਗਈ, ਬਸ ਧਿਆਨ ਉਧਰੋਂ ਹਟ ਕੇ ਇੱਧਰ ਲੱਗ ਜਾਣਾ ਤੇ ਫਿਰ ਬੰਦਾ ਕਹਿੰਦਾ ਅਰਦਾਸ ਦਾ ਕੀ ਹੈ, ਫਿਰ ਖਲੋ ਜਾਵਾਂਗੇ। ਅਰਦਾਸ ਦਾ ਕੀ ਹੈ, ਵਿੱਚੋਂ ਨਿਕਲ ਕੇ ਪਾਸੇ ਹੋ ਜਾਂਦਾ ਹੈ। ਉਹਨੂੰ ਫਿਰ ਇਹਦਾ ਮਤਲਬ ਅਰਦਾਸ ਨਾਲ ਜੁੜਨ ਦੀ ਜਾਚ ਹੀ ਨਹੀਂ ਆਈ, ਉਹਦਾ ਧਿਆਨ ਉਸ ਪਾਸੇ ਹੈ। ਖੈਰ ਵਿਚਾਰਾਂ ਬਹੁਤ ਅਗੇਰੇ ਚਲੇ ਜਾਣਗੀਆਂ। ਜਿਹੜੀ ਗੱਲ ਕਰਨ ਲੱਗਾ ਸੀ ਕਿ ਮੋਬਾਈਲ ਦੇ ਵਿੱਚ ਵੀ ਵਾਈਬ੍ਰੇਸ਼ਨ ਨੇ ਜੋ ਸਾਡੇ ਦਿਮਾਗ ਤੇ ਅਸਰ ਕਰਦੀਆਂ ਨੇ, ਜੋ ਸਾਡੇ ਦਿਮਾਗ ਤੇ ਅਸਰ ਕਰਦੀਆਂ ਨੇ। ਔਰ ਦੇਖੋ ਇਸੇ ਤਰ੍ਹਾਂ ਮਨਮੁਖ ਦੀ ਸੰਗਤ ਤੇ ਗੁਰਮੁਖ ਦੀ ਸੰਗਤ ਵੀ ਸਾਡੇ ਦਿਮਾਗ ਤੇ ਬੜਾ ਅਸਰ ਕਰਦੀ ਹੈ। ਜੇ ਤੁਸੀਂ ਮਨਮੁਖਾਂ ਦੀ ਸੰਗਤ ਵਿੱਚ ਜਾਓਗੇ ਤੁਹਾਡੇ ਦਿਮਾਗ ਦੀ ਹਾਲਤ ਉਦਾਂ ਦੀ ਹੋ ਜਾਏਗੀ, ਗੁਰਮੁਖਾਂ ਦੀ ਜਾਓਗੇ ਉਦਾਂ ਦੀ ਦਿਮਾਗ ਦੀ ਹਾਲਤ ਹੋ ਜਾਏਗੀ। ਇਸ ਲਈ ਸਾਹਿਬ ਕਹਿੰਦੇ ਤੂੰ ਅਕਾਲ ਪੁਰਖ ਨਾਲ ਜੁੜ, ਕਿਉਂਕਿ ਉਹ ਸਦਾ ਪੂਰਨ ਖੜਾਓ ਵਿੱਚ ਹੈ। ਉਹਨੂੰ ਕੋਈ ਸ਼ੋਕ ਨਹੀਂ, ਕੋਈ ਗਮ ਨਹੀਂ, ਕੋਈ ਦੁੱਖ ਨਹੀਂ। ਜਦੋਂ ਤੂੰ ਉਹਦੇ ਨਾਲ ਜੁੜੇਗਾ ਤੇਰੇ ਦੁੱਖ ਗਮ ਸ਼ੋਕ ਸਾਰੇ ਜ਼ਿੰਦਗੀ ਚੋਂ ਮੁੱਕ ਜਾਣਗੇ, ਕਿਉਂਕਿ ਉਹਦਾ ਨਾਮ ਹੈ ਹੀ ਤੇਰੇ ਦੁੱਖਾਂ ਨੂੰ ਕੱਟਣ ਵਾਸਤੇ। ਉਹਦਾ ਨਾਮ ਹੈ ਹੀ ਤੈਨੂੰ ਮੁਰਝਾਏ ਹੋਏ ਨੂੰ ਖੇੜਾ ਦੇਣ ਵਾਸਤੇ ਹੈ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਹੇ ਭਾਈ ਤੂੰ ਮੁਰਝਾਇਆ ਪਿਆ, ਹਰ ਵੇਲੇ ਸ਼ੋਕ, ਹਰ ਵੇਲੇ ਗਮ, ਹਰ ਵੇਲੇ ਦੁੱਖ ਵਿੱਚ ਰਹਿਣਾ। ਤੂੰ ਉਹਦੇ ਨਾਮ ਨੂੰ ਧਿਆ, ਉਹ ਜਦੋਂ ਧਿਆਏਗਾ ਤੇ ਤੂੰ ਸਦਾ ਹਰਿਆ ਭਰਿਆ ਹੋ ਜਾਏਗਾ। ਸਦਾ ਤੇਰੇ ਅੰਦਰ ਖੇੜਾ ਆ ਜਾਏਗਾ, ਖੁਸ਼ੀਆਂ ਆ ਜਾਣਗੀਆਂ। ਔਰ ਜਿਹੜੀਆਂ ਖੁਸ਼ੀਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਧਿਆਨ ਕਰਕੇ ਆਉਣੀਆਂ ਨੇ, ਉਹ ਦੁਨੀਆ ਦਾ ਧਿਆਨ ਕਰਕੇ ਨਹੀਂ ਆਉਣੀਆਂ। ਇਸ ਲਈ ਉਹ ਸਦਾ ਵਿਗਾਸ ਵਿੱਚ ਹੈ ਤੇ ਜਿਹੜਾ ਆਏਗਾ ਉਹਦੇ ਚਰਨਾਂ 'ਚ ਉਹ ਵੀ ਸਦਾ ਵਿਗਾਸ ਵਿੱਚ ਰਹੇਗਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਜੇ ਸਾਨੂੰ ਰੱਬੀ ਬਾਣੀ ਦਿੱਤੀ ਹੈ, ਅਕਾਲ ਪੁਰਖ ਨਾਲ ਜੁੜਨ ਲਈ ਤਾਂ ਹੀ ਦਿੱਤੀ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ। ਭਾਵੇਂ ਉਹ ਨਰ ਹੈ ਭਾਵੇਂ ਨਾਰੀ ਹੈ, ਹਰ ਕੋਈ ਆਨੰਦ ਵਿੱਚ ਚਲਾ ਜਾਏਗਾ, ਖੁਸ਼ੀ ਵਿੱਚ, ਖੇੜੇ ਵਿੱਚ ਚਲਾ ਜਾਏਗਾ ਜਿਹੜਾ ਅਕਾਲ ਪੁਰਖ ਜੀ ਨਾਲ ਜੁੜੇਗਾ। ਸਾਹਿਬ ਜੀ ਕਹਿੰਦੇ ਮੇਰੀ ਨਮਸਕਾਰ ਉਹਨੂੰ ਹੈ ਜਿਹੜਾ ਅਸ਼ੋਕੇ, ਜਿਹਨੂੰ ਕੋਈ ਚਿੰਤਾ ਨਹੀਂ, ਕੋਈ ਸ਼ੋਕ ਨਹੀਂ। ਤੇ ਜਦੋਂ ਆਪਾਂ ਗੁਰੂ ਸਾਹਿਬ ਜੀ ਕੋਲ ਆਉਂਦੇ ਹਾਂ ਤੇ ਗੁਰੂ ਸਾਹਿਬ ਸਾਨੂੰ ਪਰਮਾਤਮਾ ਨਾਲ ਹੀ ਜੋੜ ਰਹੇ ਆ, ਅਕਾਲ ਪੁਰਖ ਨਾਲ ਜੋੜ ਰਹੇ ਆ। ਤੇ ਜਦੋਂ ਜੋੜਦੇ ਆ ਕੀ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ। ਸਾਹਿਬ ਕਹਿੰਦੇ ਚਿੰਤਾ ਨਾ ਕਰ ਹੁਣ ਤੂੰ, ਕਿਉਂਕਿ ਤੂੰ ਉਹਦੇ ਕੋਲ ਆ ਗਿਆ ਜਿਹੜਾ ਚਿੰਤਾ ਤੋਂ ਰਹਿਤ ਹੈ। ਤੂੰ ਫਿਕਰ ਨਾ ਕਰ, ਤੂੰ ਬੇਫਿਕਰ ਹੋ, ਕਿਉਂਕਿ ਤੂੰ ਉਹਦੇ ਕੋਲ ਆ ਗਿਆ ਜਿਹੜਾ ਸਦਾ ਬੇਫਿਕਰ ਰਹਿੰਦਾ ਹੈ। ਤੇ ਉਹ ਤੈਨੂੰ ਵੀ ਬੇਫਿਕਰਾ ਕਰ ਦੇਗਾ, ਤੈਨੂੰ ਵੀ ਜਿਹੜਾ ਉਹ ਚਿੰਤਾ ਤੋਂ ਰਹਿਤ ਕਰ ਦੇਗਾ। ਪਰ ਜੇ ਤੂੰ ਪੂਰਨ ਭਰੋਸਾ ਰੱਖ ਕੇ ਆਇਆ, ਗੱਲ ਤਾਂ ਫਿਰ ਭਰੋਸੇ ਦੀ ਹੋਣੀ ਹੈ ਨਾ, ਵਿਸ਼ਵਾਸ ਦੀ। ਜੇ ਤੂੰ ਪੂਰਨ ਭਰੋਸਾ ਵਿਸ਼ਵਾਸ ਰੱਖ ਕੇ ਆਇਆ, ਉਹ ਅਸ਼ੋਕ ਹੈ, ਉਹ ਤੇਰੇ ਅੰਦਰ ਦਾ ਵੀ ਸ਼ੋਕ ਚਿੰਤਾ ਜਿਹੜੀ ਆ ਮਿਟਾ ਦੇਗਾ। ਇਸ ਲਈ ਸਾਹਿਬ ਕਹਿੰਦੇ ਮੇਰੀ ਨਮਸਕਾਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੈ ਜੋ ਸ਼ੋਕ ਚਿੰਤਾ ਤੋਂ ਰਹਿਤ ਹੈ। ਨਮਸਤੰ ਨਿਰਤਾਪੇ ਨਮਸਤੰ ਅਥਾਪੇ। ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆਓ ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ, ਮੇਰੇ ਨਾਲ ਉਸ ਅਕਾਲ ਪੁਰਖ ਨੂੰ ਨਮਸਕਾਰ ਕਰੋ ਜਿਹੜਾ ਤਾਪ ਤੋਂ ਵੀ ਰਹਿਤ ਹੈ। 3 ਪ੍ਰਕਾਰ ਦੇ ਤਾਪ ਰੋਗ ਦੱਸੇ ਗਏ ਨੇ, ਆਦ ਵਿਆਦ ਉਪਾਦ। ਜਾਂ 3 ਤਾਪ ਜਿਹੜੇ ਆ ਉਹ 3 ਗੁਣਾਂ ਵਿੱਚੋਂ ਕਿਉਂਕਿ 3 ਗੁਣੀ ਮਾਇਆ ਹੈ ਨਾ, ਰਜਗੁਣ ਤਮ ਗੁਣ ਸਤ ਗੁਣ, ਇਹਦੇ ਵਿੱਚੋਂ ਹੀ 3 ਤਾਪ 3 ਰੋਗ ਪੈਦਾ ਹੋਣੇ ਨੇ। ਸਾਹਿਬ ਜੀ ਕਹਿੰਦੇ ਤੂੰ ਅਰਦਾਸ ਕਰਿਆ ਕਰ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂਕੋ ਬਿਗਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰ ਤੀਨੇ ਤਾਪ ਨਿਵਾਰਨ ਹਾਰਾ। ਕਿਉਂ? ਕਿਉਂਕਿ ਉਹ ਆਪ ਨਿਰਤਾਪੇ ਹੈ, ਤਾਪ ਤੋਂ ਰਹਿਤ ਹੈ। ਸਤਿਗੁਰੂ ਜੀ ਕਹਿੰਦੇ ਮੇਰੀ ਨਮਸਕਾਰ ਉਸ ਅਕਾਲ ਪੁਰਖ ਨੂੰ ਹੈ ਜਿਹਦੇ ਉੱਤੇ ਕਿਸੇ ਦੀ ਤਾਪ, ਕਿਉਂਕਿ ਜਿਹਨੂੰ ਤਾਪ ਹੋਏਗਾ ਉਹ ਤਪਾਏਗਾ ਵੀ। ਅਸੀਂ ਤਪ ਰਹੇ ਹਾਂ, ਕਿਉਂ ਤਪ ਰਹੇ ਹਾਂ? ਕਿਉਂਕਿ ਉਹ ਜਿਹੜਾ ਤਾਪ ਹੈ ਨਾ ਉਹੀ ਤਪਾ ਰਿਹਾ ਹੈ ਸਾਨੂੰ।
ਅਸੀਂ ਤਿੰਨੇ ਤਾਪ ਦੇ ਵਿੱਚ ਤਪ ਰਹੇ ਹਾਂ। ਸਾਡੀ ਹਾਲਤ ਕੀ ਹੈ? ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਆ ਸਾਡੀ ਹਾਲਤ ਹੈ। ਸਭ ਕਹਿੰਦੇ ਤੇਰਾ ਤਪਦਾ ਹੋਇਆ ਭਾਂਡਾ ਬਿਲਕੁਲ ਠੰਡਾ ਹੋ ਜਾਏਗਾ, ਉਹਦੇ ਨਾਲ ਜੁੜ ਜਿਹਨੂੰ ਤਾਪ ਦਾ ਕੋਈ ਅਸਰ ਨਹੀਂ ਹੁੰਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿੰਨਾ ਤਪਾਇਆ ਗਿਆ। ਤਤੀ ਤਵੀ ਵੀ ਤਪਾ ਦਿੱਤੀ ਗਈ, ਰੇਤ ਵੀ ਤਪਾ ਦਿੱਤੀ ਗਈ, ਪਾਣੀ ਵੀ ਕਿੰਨਾ ਤਪ ਰਿਹਾ। ਪਰ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਕੀ ਉਹ ਤਪ ਰਹੇ ਨੇ? ਉਹ ਤਾਂ ਤਤੀ ਤਵੀ ਤੇ ਬੈਠੇ ਹੋਏ ਵੀ ਸ਼ਾਂਤ ਨੇ, ਉਹ ਤਵੀ ਉਹਨਾਂ ਨੂੰ ਤਪਾ ਹੀ ਨਹੀਂ। ਤਪ ਰਹੀ ਹੈ ਪਰ ਤਪਾ ਨਹੀਂ ਰਹੀ ਹੈ। ਰੇਤ ਤਪ ਰਹੀ ਹੈ ਪਰ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਪਾ ਨਹੀਂ ਰਹੀ। ਪਾਣੀ ਤਪ ਜ਼ਰੂਰ ਰਿਹਾ ਹੈ ਪਰ ਉਹ ਤਪਾ ਨਹੀਂ ਰਿਹਾ। ਕਿਉਂ ਨਹੀਂ ਤਪਾ ਰਿਹਾ? ਕਿਉਂਕਿ ਗੁਰ ਅਰਜਨ ਪ੍ਰਤੱਖ ਹਰ, ਉਹ ਪ੍ਰਤੱਖ ਹਰੀ ਰੂਪ ਹੈ। ਪ੍ਰਤੱਖ ਹਰੀ ਨੂੰ ਬਿਠਾਇਆ ਤੇ ਪਰਮੇਸ਼ਵਰ ਨੂੰ ਕੌਣ ਤਪਾ ਸਕਦਾ ਹੈ? ਸਾਈਂ ਮੀਆਂ ਮੀਰ ਨੂੰ ਪਤਾ ਲੱਗਾ ਸੀ, ਉਹਨੇ ਕੀ ਆਖਿਆ? ਉਹਨੇ ਆਖਿਆ, ਰਾਮ ਕਹਿਣ ਵਾਲਿਓ ਕਿਹਨੂੰ ਬਿਠਾ ਦਿੱਤਾ ਤਵੀ ਉੱਤੇ? ਇਹ ਤੁਹਾਡਾ ਰਾਮ ਹੈ। ਅੱਲਾਹ ਕਹਿਣ ਵਾਲਿਓ ਕਿਹਨੂੰ ਤੁਸੀਂ ਤਵੀ ਤੇ ਬਿਠਾਇਆ? ਇਹ ਤੁਹਾਡਾ ਅੱਲਾ ਹੀ ਹੈ। ਤੁਹਾਡੀ ਨਜ਼ਰ ਨਹੀਂ ਵੇਖ ਪਾ ਰਹੀ, ਇਹੀ ਤੁਹਾਡਾ ਰਾਮ ਤੇ ਇਹੀ ਤੁਹਾਡਾ ਅੱਲਾ ਹੈ। ਇਹ ਕਿਹਨੇ ਆਖਿਆ ਸੀ? ਸਾਈਂ ਮੀਆਂ ਮੀਰ ਨੇ ਆਖਿਆ ਕਿ ਤੁਸੀਂ ਉਸ ਰਾਮ ਅੱਲਾਹ ਨੂੰ ਕਿਵੇਂ ਤਪਾਓਗੇ? ਕਿਉਂਕਿ ਗੁਰੂ ਅਰਜਨ ਪ੍ਰਤੱਖ ਹਰ, ਇਹ ਤੇ ਪ੍ਰਤੱਖ ਹਰੀ ਨੇ, ਤੇ ਤੁਸੀਂ ਕਿਵੇਂ ਤਪਾ ਸਕਦੇ ਹੋ? ਇਹ ਤੁਹਾਡਾ ਤਪਿਆ ਹੋਇਆ ਇਹ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਤਪਾ ਸਕਦਾ। ਤਾਂ ਹੀ ਤੇ ਉਹ ਪੂਰਨ ਖੜਾਓ ਵਿੱਚ ਕਹਿੰਦੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਾਹਿਬ ਜੀ ਉੱਥੇ ਖੁਸ਼ੀ ਵਿੱਚ ਬੈਠੇ ਗਾ ਰਹੇ ਆ, ਤਵੀ ਤਪ ਰਹੀ ਹੈ, ਚਮੜੀ ਸੜ ਰਹੀ ਹੈ, ਪਰ ਸਤਿਗੁਰੂ ਜੀ ਆਨੰਦ ਵਿੱਚ। ਪਰ ਜਿਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਲੈ ਲਈ ਨਾ, ਜਿਹਨੇ ਗੁਰੂ ਅਰਜਨ ਦੇਵ ਪਾਤਸ਼ਾਹ, ਭਾਵ ਗੁਰੂ ਅਰਜਨ ਦੇਵ ਜੀ ਕੌਣ ਨੇ? ਗੁਰੂ ਤੇਗ ਬਹਾਦਰ ਸਾਹਿਬ। ਜੋਤਾ ਉਹੀ ਹੈ ਨਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਭਾਵ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਜਿਹੜਾ ਆਇਆ, ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਜਿਹੜਾ ਉਹ ਪਾਣੀ ਉੱਥੇ ਵੀ ਤਪ ਰਿਹਾ ਹੈ, ਪਰ ਉੱਥੇ ਭਾਈ ਦਇਆਲਾ ਜੀ ਨੂੰ ਨਹੀਂ ਤਪਾ ਰਿਹਾ। ਜੇ ਇੱਥੇ ਗੁਰੂ ਨੂੰ ਨਹੀਂ ਤਪਾ ਰਿਹਾ, ਉੱਥੇ ਸਿੱਖ ਨੂੰ ਨਹੀਂ ਤਪਾ ਰਿਹਾ। ਕਿਉਂ? ਕਿਉਂਕਿ ਗੁਰੂ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ, ਕੋਈ ਫਰਕ ਨਹੀਂ ਰਹਿ ਗਿਆ। ਇਸੇ ਤਰ੍ਹਾਂ ਭਾਈ ਸਤੀ ਦਾਸ ਨੂੰ ਅੱਗ ਭਾਵੇਂ ਸਰੀਰ ਨੂੰ ਝੁਲਸਾ ਰਹੀ ਹੈ, ਪਰ ਅੰਦਰ ਉਹਦੀ ਤਪਸ਼ ਜਿਹੜੀ ਅੰਦਰ ਤੱਕ ਨਹੀਂ ਪਹੁੰਚ ਰਹੀ। ਗੁਰੂ ਸਾਹਿਬ ਨੇ ਅੰਦਰ ਖੇੜੀ ਐਸੀ ਵਰਤਾਤੀ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ। ਸ਼ੀਤਲ ਠੰਡਾ ਨਾਮ ਦਿੱਤਾ। ਨਾਮ ਕਿਹਦਾ ਸੀ? ਜਿਹੜਾ ਨਿਰਤਾਪੇ ਹੈ, ਜਿਹਦੇ ਉੱਤੇ ਤਾਪ ਦਾ ਕੋਈ ਅਸਰ ਹੀ ਨਹੀਂ ਹੁੰਦਾ। ਇਸ ਲਈ ਸਾਹਿਬ ਕਹਿੰਦੇ, ਮੇਰੀ ਨਮਸਕਾਰ ਉਸ ਅਕਾਲ ਪੁਰਖ ਜੀ ਨੂੰ ਹੈ ਜਿਹੜਾ ਨਿਰਤਾਪੇ, ਤਾਪ ਤੋਂ ਰਹਿਤ ਹੈ, ਦੁੱਖ ਤੋਂ ਰਹਿਤ ਹੈ। ਨਮਸਤੰ ਅਥਾਪੇ, ਅਥਾਪੇ ਜਿਹਨੂੰ ਥਾਪਿਆ ਨਹੀਂ ਜਾ ਸਕਦਾ, ਜਿਹਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ। ਇਹ ਆਪਾਂ ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ ਹਾਂ। ਕਿਉਂਕਿ ਜਪਜੀ ਸਾਹਿਬ ਸਮਝਣਾ ਹੈ ਤੇ ਜਾਪ ਸਾਹਿਬ ਚੱਲਣਾ ਹੈ। ਸਮਝ ਕੇ ਹੀ ਚੱਲਿਆ ਜਾ ਸਕਦਾ ਹੈ, ਜੇ ਸਮਝਾਂਗੇ ਨਹੀਂ ਤੇ ਚੱਲਣਾ ਔਖਾ ਹੋ ਜਾਏਗਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ। ਨਿਰਅੰਜਨ ਜਿਹੜਾ ਅੰਜਨ ਤੋਂ ਰਹਿਤ ਹੈ, ਉਹਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ। ਤੇ ਮੈਨੂੰ ਮਾਫ ਕਰਿਆ ਜੇ, ਇਹਨਾਂ ਹੱਥਾਂ ਨਾਲ ਹੀ ਅਸੀਂ ਦੁਨਿਆਵੀ ਤਲ ਤੇ ਸਥਾਪਨਾ ਕਰਦੇ ਹਾਂ, ਇਹਨਾਂ ਹੱਥਾਂ ਨਾਲ ਹੀ ਉਹਨੂੰ ਢਾ ਦਿੰਦੇ ਹਾਂ। ਜਾਂ ਸਾਡੇ ਇੱਕ ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਰੀਤੀ ਰਿਵਾਜ ਬਣਿਆ ਹੋਇਆ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਸਥਾਪਨਾ ਕਰਦੇ ਹਾਂ, ਮੁੜ ਕੇ ਕੁਝ ਦਿਨਾਂ ਬਾਅਦ ਉਹਨੂੰ ਹੀ ਅਸੀਂ ਦਰਿਆ ਦੇ ਵਿੱਚ ਛੱਡ ਆਉਂਦੇ ਹਾਂ। ਜਿਹਦੀ ਸਾਡੇ ਹੱਥਾਂ ਨੇ ਸਥਾਪਨਾ ਕੀਤੀ ਹੈ, ਅਸੀਂ ਉਹਨੂੰ ਥਾਪਦੇ ਵੀ ਹਾਂ, ਫਿਰ ਹੱਥਾਂ ਵਿੱਚ ਲੈ ਕੇ ਉਸ ਨੂੰ ਦਰਿਆ ਤੱਕ ਵੀ ਲੈ ਜਾਂਦੇ ਹਾਂ। ਪਰ ਜਿਹੜਾ ਪਰਮੇਸ਼ਵਰ ਹੈ, ਉਹਨੂੰ ਕੋਈ ਥਾਪ ਵੀ ਨਹੀਂ ਸਕਦਾ ਤੇ ਉਹ ਥਾਪ ਵੀ ਨਹੀਂ ਸਕਦਾ। ਉਹ ਕੀ ਹੈ? ਉਹ ਖਿਨਮੈ ਥਾਪ ਉਥਾਪਣ। ਉਹ ਦੁਨੀਆ ਨੂੰ ਥਾਪਦਾ ਹੈ, ਉਹ ਦੁਨੀਆ ਦੀ ਸਥਾਪਨਾ ਕਰਦਾ ਹੈ ਤੇ ਦੁਨੀਆ ਨੂੰ ਮਿਟਾਉਣ ਦੀ ਵੀ ਸਮਰੱਥਾ ਰੱਖਦਾ ਹੈ। ਅਸੀਂ ਉਹਦੀ ਸਥਾਪਨਾ ਨਹੀਂ ਕਰ ਸਕਦੇ।
ਤੇ ਨਾ ਸਾਡੇ ਵਿੱਚ ਇੰਨੀ ਸਮਰੱਥਾ ਕਿ ਅਸੀਂ ਉਹਦੀ ਸਥਾਪਨਾ ਕਰ ਸਕੀਏ। ਉਹਨੂੰ ਥਾਪਿਆ ਹੀ ਨਹੀਂ ਜਾ ਸਕਦਾ, ਉਹਦੀ ਹਸਤੀ ਨੂੰ ਬਣਾਇਆ ਹੀ ਨਹੀਂ ਜਾ ਸਕਦਾ। ਉਹਦੀ ਹੋਂਦ ਸਾਡੇ ਕਰਕੇ ਨਹੀਂ, ਉਹਦੇ ਕਰਕੇ ਸਾਡੀ ਹੋਂਦ ਹੈ। ਇਸ ਲਈ ਸਾਹਿਬ ਕਹਿੰਦੇ ਮੇਰੀ ਨਮਸਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੈ, ਜਿਹਨੂੰ ਕਿਸੇ ਮੂਰਤੀ ਦੇ ਰੂਪ ਵਿੱਚ ਸਥਾਪਨ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਸੀ ਕਿ ਬੜੀ ਵਾਰ ਆਪ ਜੀ ਨਾਲ ਸਾਂਝ ਪਾਈ, ਅਸੀਂ ਦੇਵੀ ਦੇਵਤਿਆਂ ਦੀ, ਪੀਰ ਪੈਗੰਬਰਾਂ ਦੀ, ਅਸੀਂ ਸ਼ੈਤਾਨਾਂ ਦੀ, ਅਸੀਂ ਜਿਹੜਾ ਉਹ ਗੁਰੂਆਂ ਦੀ, ਭਗਤਾਂ ਦੀ, ਅਸੀਂ ਸਾਰਿਆਂ ਦੀ ਤਸਵੀਰ ਕਲਪਨਾ ਕਰਕੇ ਬਣਾਈ। ਕਲਪਨਾ ਇਹ ਸਾਡੀ ਇੱਕ ਕਲਪਨਾ ਹੈ ਦਿਮਾਗ ਦੀ ਕਿ ਇਸ ਤਰ੍ਹਾਂ ਦਾ ਹੋਵੇਗਾ। ਇਹ ਵੀ ਆਪ ਜੀ ਨਾਲ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਤਸਵੀਰ ਤਾਂ ਬਣਾਉਣ ਵਾਲੇ ਨੇ ਬਣਾ ਦਿੱਤੀ। ਉਹਨੇ ਹੱਥ ਵਿੱਚ ਮਾਲਾ ਪਕੜਾ ਦਿੱਤੀ, ਪਰ ਉਹਨੇ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਹਲ ਕਿਉਂ ਨਹੀਂ ਪਕੜਾਇਆ? ਖੇਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਖੇਤੀ ਕਰਦਿਆਂ ਕਿਉਂ ਨਹੀਂ ਵਿਖਾਇਆ? ਗੁਰੂ ਨਾਨਕ ਸਾਹਿਬ ਜੀ ਨੂੰ ਖੇਤਾਂ ਦੇ ਵਿੱਚ ਬੀਜ ਬੀਜਦਿਆਂ ਹੋਇਆਂ, ਹਲ ਵਾਹੁੰਦਿਆਂ ਹੋਇਆਂ, ਪਾਣੀ ਸਿੰਚਦਿਆਂ ਕਿਉਂ ਨਹੀਂ ਬਣਾਇਆ? ਬਸ ਉਹਨੇ ਇੱਕ ਕਲਪਨਾ ਘੜ ਕੇ ਦੇ ਦਿੱਤੀ। ਅਸੀਂ ਸਾਰੇ ਹੀ ਉਸ ਮਗਰ, ਅਸੀਂ ਗੁਰਬਾਣੀ ਮਗਰ ਲੱਗਣਾ ਸੀ, ਗੁਰਬਾਣੀ ਦੇ ਨਾਲ ਅਸੀਂ ਤੁਰਨਾ ਸੀ, ਪਰ ਅਸੀਂ ਤੁਰ ਪਏ ਕਿਸੇ ਦੀ ਦਿਮਾਗ ਦੀ ਉਪਜ ਦੇ ਨਾਲ, ਜਿਹਦੇ ਕਰਕੇ ਅੱਜ ਭਟਕ ਵੀ ਰਹੇ ਹਾਂ, ਤਰਕ ਵੀ ਹੈ, ਗੁੰਮਰਾਹ ਵੀ ਹੋ ਰਹੇ ਹਾਂ, ਕਿੰਤੂ ਪਰੰਤੂ ਵੀ ਹੋ ਰਿਹਾ। ਪਰ ਗੁਰਬਾਣੀ ਨਾਲ ਚੱਲਦੇ ਤੇ ਕੋਈ ਕਿੰਤੂ ਪਰੰਤੂ ਨਹੀਂ। ਜਿਹੜੀ ਮੂਰਤ ਸਾਨੂੰ ਗੁਰਬਾਣੀ ਨੇ ਦੇਣੀ ਹੈ ਨਾ, ਉਹ ਮੂਰਤ ਤਾਂ ਕੋਈ ਬਣਾ ਹੀ ਨਹੀਂ ਸਕਦਾ। ਕਿਸੇ ਦੇ ਹੱਥਾਂ ਤੋਂ ਉਹ ਮੂਰਤੀ ਬਣ ਹੀ ਨਹੀਂ ਸਕਦੀ, ਤੇ ਜਿਹੜੀ ਬਣੀ ਹੈ ਉਹਦਾ ਇੱਕ ਦਿਨ ਨਾਸ਼ ਵੀ ਹੁੰਦਾ ਹੈ। ਇਸ ਲਈ ਸਾਹਿਬ ਕਹਿੰਦੇ ਉਹਦੀ ਮੂਰਤ ਨੂੰ ਥਾਪਿਆ ਹੀ ਨਹੀਂ ਜਾ ਸਕਦਾ, ਉਹਦੀ ਮੂਰਤ ਨੂੰ ਤਿਆਰ ਹੀ ਨਹੀਂ ਕੀਤਾ ਜਾ ਸਕਦਾ। ਕਿਵੇਂ ਕਰੋਗੇ? ਕਿਸੇ ਨੇ ਦੇਖਿਆ ਜਿਹਨੂੰ ਉਹਦੀ ਤਿਆਰ ਕਰ ਸਕੇ? ਅਕਾਲ ਪੁਰਖ ਨੂੰ, ਪਰਮੇਸ਼ਵਰ ਜਿਹਨੂੰ ਰੱਬ ਕਹਿੰਦੇ ਹੋ, ਅੱਲਾ ਕਹਿੰਦੇ ਹੋ, ਗੋਡ ਕਹਿੰਦੇ ਹੋ, ਵਾਹਿਗੁਰੂ ਕਹਿੰਦੇ ਹੋ, ਉਹਨੂੰ ਕਦੇ ਕਿਸੇ ਵੇਖਿਆ? ਜਿਹਨੇ ਵੇਖਿਆ ਉਹ ਤੇ ਦੱਸਣ ਜੋਗਾ ਹੀ ਨਹੀਂ, ਉਹ ਤੇ ਸਮਾ ਗਿਆ ਉਹਦੇ ਵਿੱਚ, ਉਹ ਤੇ ਉਹਦੇ ਵਰਗਾ ਹੀ ਹੋ ਗਿਆ। ਇਸ ਲਈ ਸਾਹਿਬ ਕਹਿੰਦੇ ਮੇਰੀ ਜਿਹੜੀ ਨਮਸਕਾਰ ਹੈ ਉਸ ਅਕਾਲ ਪੁਰਖ ਨੂੰ ਹੈ, ਜਿਹਦੀ ਕੋਈ ਥਾਪਨਾ ਨਹੀਂ ਕਰ ਸਕਦਾ, ਭਾਵ ਜਿਹਦੀ ਕੋਈ ਵੀ ਮੂਰਤ ਜਿਹੜੀ ਆ ਬਣਾ ਕੇ ਉਹਦੀ ਅਸਥਾਪਨਾ ਨਹੀਂ ਕਰ ਸਕਦਾ। ਨਮਸਤੰ ਤ੍ਰਿਮਾਨੇ ਨਮਸਤੰ ਨਿਦਾਨੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਤਿੰਨ ਲੋਕਾਂ ਦੇ ਤ੍ਰਿਮਾਨੇ, ਮਾਨੇ ਦਾ ਅਰਥ ਹੈ ਮਾਣ, ਇੱਜ਼ਤ। ਤਿੰਨ ਲੋਕਾਂ ਦੇ ਵਿੱਚ ਜਿਹਨੂੰ ਮੰਨਿਆ ਜਾਂਦਾ ਹੈ ਔਰ ਮੰਨਦੇ ਨੇ, ਕਿਉਂਕਿ ਤਿੰਨੇ ਭਵਨ ਉਹਦੇ ਹੀ ਸਾਜੇ, ਅੱਗੋਂ ਕਿੰਨੇ ਨੇ ਉਹਦਾ ਕੋਈ ਅੰਤ ਨਹੀਂ ਹੈ। ਪਰ ਸਾਡੀ ਨਜ਼ਰ ਦੇ ਵਿੱਚ ਤਾਂ ਤਿੰਨ ਹੀ ਹੈ ਨਾ, ਆਸਮਾਨ ਹੈ, ਧਰਤੀ ਹੈ ਤੇ ਪਤਾਲ ਹੈ। ਸਾਡੀ ਨਜ਼ਰ ਵਿੱਚ ਤਾਂ ਤਿੰਨ ਪ੍ਰਕਾਰ ਦੇ ਵਿਅਕਤੀ ਨੇ, ਇੱਕ ਰਜਗੁਣ, ਇੱਕ ਤਮਗੁਣ, ਇੱਕ ਸਤਗੁਣ। ਪਰ ਦੇਖਿਆ ਜਾਏ ਤੇ ਤਿੰਨਾਂ ਦੇ ਤਿੰਨ ਹੀ ਉਹਨੂੰ ਮੰਨਦੇ ਨੇ। ਕਿਉਂ ਮੰਨਦੇ ਨੇ? ਕਿਉਂਕਿ ਦੁਨੀਆ ਦਾ ਜ਼ੋਰ ਦੁਨੀਆ ਤੇ ਚੱਲ ਸਕਦਾ, ਉਹਦੇ ਅੱਗੇ ਨਹੀਂ ਚੱਲ ਸਕਦਾ। ਇਸ ਲਈ ਹਰ ਇੱਕ ਨੂੰ ਉਹਨੂੰ ਮੰਨਣਾ ਪਏਗਾ, ਉਹਨੂੰ ਮੰਨਣਾ ਪਏਗਾ। ਉਹਦੀ ਮਾਨਤਾ ਜਿਹੜੀ ਹੈ ਉਹ ਤਿੰਨਾਂ ਭਵਨਾਂ ਦੇ ਵਿੱਚ ਹੈ, ਤਿੰਨਾਂ ਭਵਨਾਂ ਦੇ ਵਿੱਚ ਉਸ ਨੂੰ ਮਾਣ ਮਿਲਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਤਿੰਨਾਂ ਭਵਨਾਂ ਦੇ ਜੀਵ ਉਹਦੇ ਅੱਗੇ ਨਿਆਉਂਦੇ ਨੇ, ਤਰਮਾਨੇ, ਉਹਨੂੰ ਮੰਨਦੇ ਨੇ, ਉਹਦੀ ਈਨ ਮੰਨਦੇ ਨੇ, ਉਹਦਾ ਹੁਕਮ ਮੰਨਦੇ ਨੇ। ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤਿੰਨ ਭਵਨਾਂ ਦੇ ਜੀਵ ਉਹਦੀ ਈਨ ਮੰਨਦੇ ਆ, ਮਾਨੇ, ਉਹਦੇ ਹੁਕਮ ਦੇ ਵਿੱਚ ਜਿਹੜਾ ਉਹ ਚੱਲਦੇ ਨੇ। ਇਸ ਲਈ ਮੇਰੀ ਨਮਸਕਾਰ ਉਸ ਅਕਾਲ ਪੁਰਖ ਨੂੰ ਹੈ। ਕਹਿੰਦੇ ਮੇਰੀ ਨਮਸਕਾਰ ਉਸ ਮਾਲਕ ਨੂੰ ਹੈ ਜਿਹੜਾ ਨਿਧਾਨੇ ਖਜ਼ਾਨਾ ਹੈ, ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਜਿੰਨੇ ਵੀ ਸ਼ੁਭ ਗੁਣ ਨੇ ਉਹ ਸਾਰੇ ਸ਼ੁਭ ਗੁਣਾਂ ਦਾ ਖਜ਼ਾਨਾ। ਦੇਖੋ ਇੱਕ ਖਜ਼ਾਨਾ ਉਹ ਹੈ ਜਿਹੜਾ ਸਾਡੇ ਆਪਣੇ ਆਪਣੇ ਘਰਾਂ ਦੇ ਵਿੱਚ ਹੈ, ਉਹਨੂੰ ਬਕਾਇਦਾ ਅਸੀਂ ਲੌਕ ਲਾ ਕੇ ਰੱਖਦੇ ਹਾਂ ਜਾਂ ਲੌਕਰ ਵਿੱਚ ਰੱਖਦੇ ਹਾਂ, ਲੁਕਾ ਕੇ ਰੱਖ। ਲੌਕ ਦਾ ਮਤਲਬ ਕੀ ਹੁੰਦਾ? ਲੌਕਰ ਦਾ ਮਤਲਬ ਲੁਕਾ ਕੇ ਰੱਖਣਾ। ਲੌਕਰ ਕਿਉਂ ਬਣੇ ਨੇ? ਲੁਕਾ ਕੇ ਰੱਖਣ ਵਾਸਤੇ ਵੀ ਕਿਸੇ ਦੀ ਨਜ਼ਰ ਨਾ ਪੈ ਜਾਏ।
ਇਹ ਜਿਹੜੇ ਦੁਨਿਆਵੀ ਖਜ਼ਾਨੇ ਨੇ, ਇਹ ਜਿਹੜੇ ਅਸੀਂ ਹੀ ਸਮੇਂ ਨਾਲ ਬਣਾਏ ਤੇ ਬਦਲਦੇ, ਕਿਉਂਕਿ ਪੁਰਾਣੀ ਕਰੰਸੀ ਹੋਰ ਹੈ, ਅੱਜ ਕਰੰਸੀ ਹੋਰ ਹੈ, ਹੋਰ 50 ਸਾਲ ਬਾਅਦ ਕਰੰਸੀ ਹੋਰ ਹੋ ਜਾਏਗੀ। ਜੇ ਆਪਾਂ ਪਿੱਛੇ 100 ਸਾਲ ਚਲੇ ਜਾਈਏ, 150 ਸਾਲ 200 ਸਾਲ ਪਿੱਛੇ ਚਲੇ ਜਾਈਏ, ਉਦੋਂ ਹੋਰ ਸੀ, ਅੱਜ ਹੋਰ ਹੈ। ਖਜ਼ਾਨਾ ਜਿਹੜਾ ਆ ਸਾਨੂੰ ਦਿੱਤਾ ਹੈ ਨਾ, ਸ਼ੁਭ ਗੁਣਾਂ ਦਾ ਭਰਪੂਰ ਖਜ਼ਾਨਾ, ਇਹਨੂੰ ਤੇ ਕੋਈ ਲੋਕ ਲਾਇਆ ਹੀ ਨਹੀਂ, ਇਹਨੂੰ ਤਾਂ ਕਿਸੇ ਨੇ ਲੋਕ ਲਾਇਆ ਨਹੀਂ। ਇੱਥੇ ਕਿਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਆ ਜਿਹੜਾ ਮੇਰੇ ਬਾਪੂ ਜੀ ਦਾ, ਮੇਰੇ ਪਿਤਾ ਜੀ ਦਾ ਖਜ਼ਾਨਾ ਹੈ ਨਾ, ਇੱਥੇ ਮੈਂ ਖੋਲ ਦਿੱਤਾ, ਵੀ ਨਾਲ ਕਹਿ ਦਿੱਤਾ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਂਗੇ। ਕਹਿੰਦੇ ਨੇ ਉਹ ਜਿਹੜਾ ਖਜ਼ਾਨੇ ਦਾ ਮਾਲਕ ਹੈ ਨਾ, ਉਹ ਖਜ਼ਾਨੇ ਦੀ ਰਾਖੀ ਕਰਨਾ ਵੀ ਜਾਣਦਾ ਹੈ, ਇਸ ਲਈ ਉਹਨੂੰ ਕੋਈ ਭੈ ਨਹੀਂ, ਕੋਈ ਡਰ ਨਹੀਂ ਹੈ। ਉਹ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਉਹਨੂੰ ਮੇਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਨਮਸਤੰ ਅਗਾਹੇ ਨਮਸਤੰ ਅਵਾਹੇ। ਸਾਹਿਬ ਜੀ ਕਹਿੰਦੇ ਅਕਾਲ ਪੁਰਖ ਜੀ ਨੂੰ ਨਮਸਕਾਰ, ਜੋ ਆਗਾਹੇ ਅਗਾਧ ਬੋਧ ਹੈ, ਜਿਹਦੀ ਡੂੰਘਾਈ ਤੱਕ ਨਹੀਂ ਪਹੁੰਚਿਆ ਜਾ ਸਕਦਾ, ਉਹਦੀ ਕਿਰਪਾ ਦੇ ਤੋਂ ਬਿਨਾ ਉਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਉਹ ਕਿੰਨਾ ਗਹਿਰਾ ਹੈ, ਕਿੰਨਾ ਗੰਭੀਰ ਹੈ, ਕਿੰਨਾ ਡੂੰਘਾਈ ਦੇ ਵਿੱਚ ਹੈ, ਉਹਨੂੰ ਨਹੀਂ ਨਾਪਿਆ ਜਾ ਸਕਦਾ। ਉਹ ਅਗਾਹ ਤੋਂ ਵੀ ਅਗਾਹ ਹੈ, ਅਗਾਹ ਤੋਂ ਵੀ ਅਗਾਹ। ਜਿੱਥੇ ਤੱਕ ਸਾਡੀ ਸੋਚ ਜਾਂਦੀ ਹੈ, ਗਿਆਨ ਮੰਡਲ ਜਿੱਥੇ ਤੱਕ ਸਾਡਾ ਅੱਗੇ ਵੱਧਦਾ ਹੈ, ਉਹ ਉਸ ਤੋਂ ਵੀ ਅਗਾਹ ਹੈ। ਉੱਥੇ ਤੱਕ ਉਹਦੀ ਪਹੁੰਚ ਜਿਹੜੀ ਹੈ ਉਹ ਹੋ ਹੀ ਨਹੀਂ ਸਕਦੀ ਉਹਦੀ ਕਿਰਪਾ ਤੋਂ ਬਿਨਾ। ਇਸ ਲਈ ਉਸ ਅਕਾਲ ਪੁਰਖ ਜੀ ਨੂੰ ਨਮਸਕਾਰ ਹੈ, ਜੋ ਆਗਾਹੇ, ਜਿਸ ਦੀ ਡੂੰਘਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਨਮਸਤੰ ਆਬਾਹੇ, ਕਿਸੇ ਦੀ ਵੀ ਬਾਹਾਂ ਦੀ ਤਾਕਤ, ਉਹਨੂੰ ਫਿਰ ਗੱਲ ਉੱਥੇ ਆ, ਕਿਉਂਕਿ ਕਈ ਐਸੇ ਜਿਹੜੇ ਨੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਅਰਥ ਜਿਹੜੇ ਨੇ ਸੇਮ ਹੀ ਨੇ। ਅਰਥ ਜਿਹੜੇ ਆ, ਅਰਥਾਂ ਜਿਹੜੇ ਸੇਮ ਹੀ ਉੱਥੇ ਨਜ਼ਰ ਆਉਣਗੇ ਤੁਹਾਨੂੰ। ਇੱਥੇ ਵੀ ਅਬਾਹੇ ਦਾ ਅਰਥ ਹੈ ਜਿਹਨੂੰ ਹਿਲਾਇਆ ਨਹੀਂ ਜਾ ਸਕਦਾ, ਕੋਈ ਬਾਹਾਂ ਵਿੱਚ ਤਾਕਤ ਨਹੀਂ, ਭਾਵੇਂ ਕਰੋੜਾਂ ਬਾਹਾਂ ਆ ਜਾਣ, ਪਰ ਅਕਾਲ ਪੁਰਖ ਦੇ ਉਸ ਥਾਂ ਨੂੰ ਨਹੀਂ ਹਿਲਾ ਸਕਦੀਆਂ ਜਿੱਥੇ ਉਹ ਬਿਰਾਜਮਾਨ ਹੋ ਕੇ ਸਾਰਿਆਂ ਨੂੰ ਸੰਭਾਲ ਰਿਹਾ। ਆਪਾਂ ਇਹ ਵੀ ਪੜ੍ਹ ਕੇ ਆਏ ਹਾਂ, ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਜਿੱਥੇ ਬਹਿ ਕੇ, ਜਿੱਥੇ ਬੈਠ ਕੇ ਸੰਭਾਲ ਕਰ ਰਿਹਾ, ਉੱਥੇ ਕਿਸੇ ਦੀ ਬਾਂਹ ਵਿੱਚ ਇੰਨਾ ਜ਼ੋਰ ਨਹੀਂ ਕਿ ਉਹਦੇ ਆਸਣ ਨੂੰ ਕੋਈ ਹਿਲਾ ਸਕੇ, ਭਾਵੇਂ ਲੱਖਾਂ ਬਾਹਾਂ ਆ ਜਾਣ। ਤੇ ਇਹ ਵੀ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਲੱਖਾਂ ਬਾਹਾਂ ਸਾਨੂੰ ਨੁਕਸਾਨ ਦੇਣ ਲਈ ਅੱਗੇ ਵਧਣ, ਤੇ ਜੇ ਉਹਨੇ ਆਪਣਾ ਸਿਰ ਦਾ ਸਾਡੇ ਸਿਰ ਤੇ ਉਹਨੇ ਮੇਰ ਦਾ ਹੱਥ ਰੱਖ ਦਿੱਤਾ ਨਾ, ਤੇ ਲੱਖਾਂ ਬਾਹਾਂ ਵੀ ਸਾਡਾ ਕੁਝ ਨਹੀਂ ਵਿਗਾੜ ਸਕਦੀਆਂ। ਵਿਚਾਰ ਨੂੰ ਸਮਝਿਓ, ਲੱਖਾਂ ਬਾਹਾਂ ਦਾ ਜ਼ੋਰ ਉਹਦੇ ਆਸਣ ਨੂੰ ਨਹੀਂ ਹਿਲਾ ਸਕਦਾ। ਜਿਤ ਬੈ ਸਰਬ ਸੰਭਾਲੇ। ਤੇ ਜੇ ਉਸ ਦਾ ਇੱਕ ਮੇਰ ਦਾ ਹੱਥ ਸਾਡੇ ਸੀਸ ਦੇ ਉੱਤੇ ਆ ਜਾਏ ਨਾ, ਤੇ ਫਿਰ ਲੱਖਾਂ ਬਾਹਾਂ ਦਾ ਜ਼ੋਰ ਲੱਗ ਜਾਏ, ਉਹ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਕਹਿਣ ਲੱਗੇ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਲੱਖਾਂ ਬਾਹਾਂ ਦਾ ਜ਼ੋਰ ਲੱਗ ਜਾਏ ਜਿੱਥੇ ਉਹਨੇ ਆਪਣਾ ਮੇਰ ਦਾ ਹੱਥ ਰੱਖ ਦਿੱਤਾ। ਜਿਸ ਕੈ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ। ਤਾਈ ਤੇ ਅਸੀਂ ਮਾਣ ਨਾਲ ਕਹਿੰਦੇ ਆ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਵਾਹਿਗੁਰੂ ਜੀ ਤੁਸੀਂ ਮੇਰੇ ਵੱਲ ਹੋ ਤੇ ਫਿਰ ਮੈਨੂੰ ਕਾਹਦੀ ਚਿੰਤਾ ਹੈ, ਮੈਨੂੰ ਕਾਹਦਾ ਫਿਕਰ ਹੈ, ਕਿਉਂਕਿ ਤੁਹਾਡੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਣਾ। ਸਾਹਿਬ ਜੀ ਕਹਿੰਦੇ ਮੇਰੀ ਨਮਸਕਾਰ ਉਸ ਅਕਾਲ ਪੁਰਖ ਨੂੰ ਹੈ ਜਿਹਦੇ ਆਸਣ ਨੂੰ ਹਿਲਾਇਆ ਨਹੀਂ ਜਾ ਸਕਦਾ, ਜਾਂ ਕੋਈ ਵੀ ਐਸੀਆਂ ਬਾਹਾਂ ਦਾ ਜ਼ੋਰ ਨਹੀਂ ਜਿਹੜਾ ਉਹਦੇ ਉੱਤੇ ਚੱਲਦਾ ਹੋਵੇ। ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ। ਅਕਾਲ ਪੁਰਖ ਜੀ ਨੂੰ ਨਮਸਕਾਰ, ਜੋ ਕਿਸੇ ਵੀ ਵਰਗ ਦੇ ਵਿੱਚ ਜਿਹੜਾ ਉਹ ਨਹੀਂ ਆਉਂਦਾ ਹੈ, ਉਹ ਹਰ ਇੱਕ ਵਰਗ ਤੋਂ ਰਹਿਤ ਹੈ।
ਵੱਖ-ਵੱਖ ਵਰਗਾਂ ਦੇ ਲੋਕ ਸਾਨੂੰ ਦੁਨੀਆ ਵਿੱਚ ਜਗਤ ਵਿੱਚ ਮਿਲਣਗੇ, ਪਰ ਉਹ ਸਾਰੇ ਹੀ ਵਰਗ ਤੋਂ ਰਹਿਤ ਹੈ। ਜਿਹਨੂੰ ਕਹਿੰਦੇ ਆ ਅਜੂਨੀ, ਜੂਨਾ ਤੋਂ ਰਹਿਤ ਹੈ। ਸਭ ਕਹਿੰਦੇ ਉਹਨੂੰ ਨਮਸਕਾਰ ਹੈ ਕਿ ਨਮਸਤੰ ਅਸਰਗੇ, ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਜਾਂ ਜਿਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਸਾਰਿਆਂ ਨੂੰ ਉਹਦੇ ਆਸਰੇ ਦੀ ਲੋੜ ਹੈ, ਪਰ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਹੈ, ਪਰ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੈ। ਮੇਰੀ ਨਮਸਕਾਰ ਉਸ ਅਕਾਲ ਪੁਰਖ ਨੂੰ ਹੈ। ਤੋ ਵਿਚਾਰਾਂ ਕਰਦਿਆਂ ਕਰਦਿਆਂ ਸਮਾਂ ਸਮਾਪਤ ਹੋ ਗਿਆ, ਪਰ ਵਿਚਾਰਾਂ ਉਹੀ ਨੇ। ਬਾਰ-ਬਾਰ ਨਮਸਕਾਰ ਜਾਪ ਸਾਹਿਬ ਦੇ ਰਾਹੀਂ ਅਸੀਂ ਅਕਾਲ ਪੁਰਖ ਨੂੰ ਕਰਨੀਆਂ। ਵਿਚਾਰਾਂ ਤੇ ਬਹੁਤ ਨੇ, ਪਰ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਜਿੰਨੀ ਕੁ ਵਿਚਾਰ ਮੇਰੇ ਮਾਲਕ ਜੀ ਨੇ ਇਸ ਰਸਨਾ ਤੋਂ ਕਰਾਈ, ਉਹ ਆਪ ਜੀ ਨੇ ਪ੍ਰਵਾਨ ਕਰ ਲੈਣੀ, ਕਬੂਲ ਕਰ ਲੈਣੀ। ਔਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਜੁੜੀਏ, ਰੱਬੀ ਬਾਣੀ ਨਾਲ ਇਸ ਢੰਗ ਨਾਲ ਜੁੜੀਏ ਕਿ ਸਾਡਾ ਰੋਮ ਰੋਮ ਅਕਾਲ ਪੁਰਖ ਜੀ ਨੂੰ ਨਮਸਕਾਰ ਕਰਨ ਲੱਗ ਜਾਏ। ਪਰ ਕਦੋਂ ਕਰੇਗਾ? ਜਦੋਂ ਸਮਝਾਂਗੇ। ਇਹ ਜਿਹੜੇ ਬਚਨ ਨੇ ਨਾ, ਅਗਾਹੇ ਅਬਾਹੇ ਤਰਵਰਗੇ ਅਸਰਗੇ, ਇਹ ਅਕਾਲ ਪੁਰਖ ਜੀ ਨੂੰ ਸਮਝਣ ਵਾਸਤੇ ਨੇ। ਤੇ ਜਦੋਂ ਸਮਝਾਂਗੇ ਤਾਂ ਹੀ ਰੋਮ ਰੋਮ ਨਮਸਕਾਰ ਕਰੇਗਾ, ਤਾਂ ਹੀ ਅਸੀਂ ਅਕਾਲ ਪੁਰਖ ਜੀ ਨਾਲ ਜੁੜਾਂਗੇ। ਪਰ ਸਮਝਣ ਲਈ ਕੀ ਚਾਹੀਦਾ ਹੈ? ਗੁਰਬਾਣੀ। ਗੁਰਬਾਣੀ ਵਿੱਚੋਂ ਅਸੀਂ ਨਾਮ ਦੀ ਦਾਤ ਲੈਣ ਲਈ ਆਏ। ਸਾਡੇ ਆਉਣ ਦਾ ਮਕਸਦ, ਮਨੋਰਥ ਇਹ ਹੋਵੇ ਕਿ ਅਸੀਂ ਸਤਿਗੁਰੂ ਜੀ ਤੁਹਾਡੇ ਦਰ ਤੇ ਆਏ ਹਾਂ। ਅਕਾਲ ਪੁਰਖ ਜੀ ਨੂੰ ਨਮਸਕਾਰ ਬਾਰ-ਬਾਰ ਕਰਾਂਗੇ, ਪਰ ਇੱਕ ਰਹਿਮਤ ਸਾਡੀ ਝੋਲੀ ਵਿੱਚ ਪਾ ਦਿਓ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਸਤਿਗੁਰੂ ਜੀ ਦੇ ਦਰ ਤੇ ਨਾਮ ਦੀ ਬਖਸ਼ਿਸ਼ ਮੰਗ ਕੇ ਗੁਣ ਗਾਵਾਂ, ਦਿਨ ਰਾਤ ਦੀ ਭਾਵਨਾ ਬਣਾ ਕੇ ਆਪਣੇ ਜੀਵਨ ਨੂੰ ਅਸੀਂ ਲੇਖੇ ਲਾ ਸਕੀਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਭਨਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਨਮਸਤੰ ਅਗਾਹੇ, ਨਮਸਤੰ ਅਗਾਹੇ, ਨਮਸਤੰ ਤਰਵਰਗੇ, ਨਮਸਤੰ ਅਸਰਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।